ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਇ। ਸੁਕਾਉ ਹੋਟਲ ਗੁਰ ਸੇਵੀਆ। ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾ। ਸ਼੍ਰੀ ਗੁਰ ਸ਼ਬਦ ਕਮਾਏ ਜਨ। ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ। ਸਿਰ ਚਰਨਨ ਪਰ ਧਾਰ। ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵਿਸਾਹੋ। ਜੁਗੋ ਜੁਗ ਅਟਲ। ਚਵਰ ਤਖਤ ਸਿੰਘਾਸਨ ਦੇ ਮਾਲਕ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਸਤਿਗੁਰਾਂ ਦੀ ਗੁਰਬਖਸ਼ਿਸ਼ ਗੁਰ ਫਤਿਹ ਦੀ ਹਾਜ਼ਰੀ ਲਵਾਈਏ। ਮਿਲ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਇਤਿਹਾਸ ਆਪ ਸੰਗਤਾਂ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਦੇ ਵਿੱਚ ਇਕੱਤਰਤ ਹੋਏ। ਉਹ ਮਹਾਰਾਜ ਨੇ ਰਹਿਮਤ ਕੀਤੀ ਹੈ ਜੋ ਸਤ ਸੰਗਤ ਦੇ ਸੁਭਾਗੇ ਸਮੇਂ ਬਖਸ਼ਿਸ਼ ਕੀਤੇ ਰਹਿਮਤ ਹੋਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਜੋ ਇਤਿਹਾਸ ਹੈ ਆਪਾਂ ਸਰਵਣ ਕਰ ਰਹੇ ਹਾਂ। ਮਹਾਰਾਜ ਜੀਆਂ ਦੇ ਨਾਲ ਵੈਰ ਕਰਦਾ ਭੀਮ ਚੰਦ ਰਾਜਾ ਕਹਿਲੂਰਪਤੀ ਜੋ ਹੈ। ਇਹ ਖਬਰ ਜਿਹੜੀ ਹੈ ਨਾਹਣ ਦੇ ਰਾਜੇ ਮੇਦਨੀ ਪ੍ਰਕਾਸ਼ ਨੂੰ ਪਤਾ ਲੱਗੀ ਹੈ। ਆਪਣਾ ਇੱਕ ਵਜ਼ੀਰ ਭੇਜਿਆ, ਕਹਿਣ ਲੱਗਾ ਸਤਿਗੁਰਾਂ ਨੂੰ ਬੇਨਤੀ ਕਰੋ ਕਿ ਮਹਾਰਾਜ ਮੇਰੇ ਕੋਲ ਇੱਥੇ ਆ ਜਾਣ। ਇਸ ਨਾਹਣ ਦੇ ਰਾਜੇ ਦਾ ਵਜ਼ੀਰ ਚੱਲ ਕੇ ਮਹਾਰਾਜ ਨੂੰ ਆ ਕੇ ਬੇਨਤੀ ਕਰਦਾ। ਸਤਿਗੁਰਾਂ ਨੇ ਉਸ ਨੂੰ ਹਾਲੇ ਕੋਈ ਜਵਾਬ ਨਹੀਂ ਦਿੱਤਾ, ਪਰ ਜਿਹੜੇ ਮਸੰਦ ਨੇ ਨਾ ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਤੇ ਮਾਤਾ ਗੁਜਰੀ ਜੀਆਂ ਨੂੰ ਬੇਨਤੀ ਕੀਤੀ, ਮਾਤਾ ਜੀ ਆ ਸਮਾਂ ਬੜਾ ਚੰਗਾ ਹੈ, ਜੇ ਆਪਾਂ ਮਹਾਰਾਜ ਨੂੰ ਕਹਿ ਕਹਾ ਕੇ ਨਾਹਣ ਲੈ ਚੱਲੀਏ ਇਹ ਭੀਮ ਚੰਦ ਤੋਂ ਦੂਰ ਹੋ ਜਾਣਗੇ ਔਰ ਜੰਗ ਦਾ ਸਮਾਂ ਜਿਹੜਾ ਟਲ ਜਾਏਗਾ। ਮਾਤਾ ਜੀ ਨੇ ਉਸ ਵੇਲੇ ਸਲਾਹ ਦਿੱਤੀ ਹੈ ਕਿ ਨੰਦ ਚੰਦ ਮਸੰਦ ਨੂੰ ਵੀ ਨਾਲ ਪ੍ਰੇਰ ਲਵੋ। ਮਹਾਰਾਜ ਜੀਆਂ ਦੇ ਜਿਹੜੇ ਭੂਆ ਦੇ ਪੁੱਤਰ ਹਨ ਉਹਨਾਂ ਨੂੰ ਵੀ ਨਾਲ ਸੋ ਪ੍ਰੇਰ ਕੇ ਨਾਲ ਲੈ ਚੱਲੀਏ। ਇਹ ਬਚਨ ਇਤਿਹਾਸ ਆਪਾਂ ਪਿੱਛੇ ਸਰਵਣ ਕਰ ਲਿਆ, ਅੱਗੇ ਮਹਾਰਾਜ ਕਿਰਪਾ ਕਰਦੇ। ਆਓ ਭਾਵਨਾ ਨਾਲ ਮਿਲ ਕੇ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਹਰਾ ਅਗਲੇ ਦਿਨ ਸ੍ਰੀ ਸਤਿਗੁਰੂ ਸੁੰਦਰ ਸਦਨ ਸੁਹਾਏ। ਉਸ ਤੋਂ ਅਗਲੇ ਦਿਨ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਦਿਨ ਪਹਿਲਾਂ ਦੀਆਂ ਵਿਚਾਰਾਂ ਨੇ। ਮਸੰਦ ਆਖਦੇ ਮਾਤਾ ਜੀ ਨੂੰ ਸਤਿਗੁਰਾਂ ਨੂੰ ਮਨਾ ਲਈਏ ਜਾਣ ਵਾਸਤੇ, ਤੇ ਕਹਿਣ ਲੱਗੇ ਰਾਤੋਂ ਰਾਤ ਇਹ ਸਲਾਹਾਂ ਹੋਈਆਂ ਤੇ ਅਗਲਾ ਦਿਨ ਚੜ੍ਹਿਆ ਤੇ ਸਤਿਗੁਰੂ ਆਪਣੇ ਘਰ ਵਿੱਚ ਬੈਠੇ ਹੋਏ ਬਿਰਾਜੇ ਹੋਏ ਹਨ। ਮਸਲਤ ਕਰ ਬਹੁਤੇ ਸਕਲ ਨਿਮੇ ਕਮਲ ਪਦ ਪਾਏ। ਹੁਣ ਜਿਵੇਂ ਰਾਤ ਦੀਆਂ ਸਲਾਹਾਂ ਕੀਤੀਆਂ ਸਨ ਤੇ ਕਹਿਣ ਲੱਗੇ ਸਵੇਰ ਦਾ ਦਿਨ ਚੜ੍ਹਿਆ ਤੇ ਸਾਰੀ ਸੰਗਤ ਇਹ ਸੂਰਮੇ ਮਹਾਰਾਜ ਦੇ ਭੂਆ ਦੇ ਪੁੱਤਰ ਹੋਰ ਵੀ ਜਿੰਨੇ ਨੇ ਸਾਰਿਆਂ ਨੇ ਆ ਕੇ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਿਆ, ਨਮਸਕਾਰ ਕੀਤੀ। ਕਿਉਂਕਿ ਜਿਹੜੀ ਵਿਉਂਤ ਬਣਾਈ ਹੈ, ਸਲਾਹ ਬਣਾਈ ਹੈ, ਉਹਦੇ ਬਾਬਤ ਬਚਨ ਕਰਨੇ। ਕਹਿਣ ਲੱਗੇ ਦਿਨ ਚੜ੍ਹਿਆ ਤੇ ਉਸ ਵੇਲੇ ਇਕੱਠੇ ਹੋਏ ਹਨ। ਆਕਲ ਛੰਦ ਸ੍ਰੀ ਗੁਜਰੀ ਤਬ ਚਲੇ ਆਈ। ਇੰਨੇ ਚਿਰ ਨੂੰ ਮਾਤਾ ਗੁਜਰੀ ਜੀ ਅੰਮ੍ਰਿਤ ਵੇਲੇ ਦਾ ਗੁਰਮੁਖੋ ਅਗਲੇ ਦਿਨ ਦਾ ਦੀਵਾਨ ਸਜਿਆ ਤੇ ਮਾਤਾ ਗੁਜਰੀ ਸਾਹਿਬ ਜੀ ਉਸ ਵੇਲੇ ਚੱਲ ਕੇ ਆਏ ਹਨ। ਸਨਮਾਨਿਤ ਊਚ ਬਿਠਾਈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਵੇਖਿਆ ਮਾਤਾ ਜੀ ਆਉਂਦੇ ਪਏ
ਸਤਿਗੁਰੂ ਉੱਠ ਕੇ ਖੜੇ ਹੋ ਗਏ, ਨਮਸਕਾਰ ਕੀਤੀ ਸਤਿਕਾਰਯੋਗ ਮਾਤਾ ਗੁਜਰੀ ਜੀਆਂ ਨੂੰ ਬੜੇ ਸੋਹਣੇ ਔਰ ਉੱਚੀ ਜਗ੍ਹਾ ਦੇ ਉੱਪਰ ਬਿਠਾ ਕੇ ਮਾਤਾ ਜੀਆਂ ਦਾ ਸਨਮਾਨ ਕੀਤਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀਆਂ ਨੇ। ਇਗਨੰਦ ਚੰਦ ਪੰਜ ਭਰਾਤਾ, ਇੰਨੇ ਚਿਰ ਨੂੰ ਆਨੰਦ ਚੰਦ ਜਿਹੜਾ ਦੀਵਾਨ ਹੈ, ਕੱਲ ਆਪਾਂ ਬਚਨ ਸਰਵਣ ਕੀਤੇ ਸਨ ਵੀ ਇਹਨਾਂ ਨੇ ਪਹਿਲਾਂ ਵਿਉਂਤਬੰਦੀ ਬਣਾ ਲਈ ਹੈ ਵੀ ਸਾਰੇ ਜਾਣੇ ਮਿਲ ਕੇ ਚੱਲੀਏ ਮਹਾਰਾਜ ਦੇ ਕੋਲ, ਤਾਂ ਜਾ ਕੇ ਕਾਰਜ ਫਤਿਹ ਹੋ ਸਕਦਾ, ਤਾਂ ਮਹਾਰਾਜ ਮੰਨਣਗੇ ਅਨੰਦਪੁਰ ਸਾਹਿਬ ਤੋਂ ਜਾਣਾ। ਉਹ ਰਾਤ ਦੀ ਸਲਾਹ ਦੇ ਮੁਤਾਬਕ ਕਹਿਣ ਲੱਗੇ ਵੀ ਇੰਨੇ ਚਿਰ ਨੂੰ ਆਨੰਦ ਚੰਦ ਦੀਵਾਨ ਜਿਹੜਾ ਉਹਨੂੰ ਵੀ ਸਮਝਾਇਆ ਹੋਇਆ ਕਿ ਸਵੇਰੇ ਅਸੀਂ ਇਹ ਗੱਲ ਕਰਾਂਗੇ, ਤੂੰ ਵੀ ਸਾਡੇ ਨਾਲ ਹਾਂ ਵਿੱਚ ਹਾਂ ਮਿਲਾਉਣੀ ਹੈ। ਕਹਿਣ ਲੱਗੇ ਭਾਈ ਆਨੰਦ ਚੰਦ ਵੀ ਆ ਗਏ। ਔਰ ਇਸੇ ਤਰ੍ਹਾਂ ਮਹਾਰਾਜ ਦੇ ਪੰਜ ਭਰਾ ਜਿਹੜੇ ਭੂਆ ਦੇ ਪੁੱਤਰ ਨੇ, ਭਾਈ ਸੰਗੋ ਸ਼ਾਹ ਹੋਣੀ, ਇਹ ਵੀ ਸਾਰੇ ਮਿਲ ਕੇ ਆ ਗਏ ਹਨ। ਗੁਰੂ ਚਰਨ ਜਨੋ ਮਨ ਰਾਤਾ, ਇਹਨਾਂ ਸਾਰਿਆਂ ਦਾ ਮਨ ਗੁਰੂ ਚਰਨਾਂ ਦੇ ਉੱਪਰ ਰੰਗਿਆ ਹੋਇਆ, ਗੁਰੂ ਚਰਨਾਂ ਦਾ ਭੌਰਾ ਹੈ। ਪੁਨ ਥਿਰ ਮਸੰਦ ਸਮੁਦਾਇ, ਇਹਨੇ ਚਿਰ ਨੂੰ ਜਿਹੜੇ ਮਸੰਦ ਰਾਤ ਸਲਾਹਾਂ ਕਰਦੇ ਸਨ, ਇਹ ਵੀ ਸਾਰੇ ਆ ਕੇ ਕੋਲ ਬੈਠੇ ਹਨ। ਸਭ ਗੁਰ ਦੇਸ਼ ਦ੍ਰਿਸ਼ਟ ਲਗਾਏ, ਤੇ ਸਾਰੇ ਗੁਰੂ ਪਾਤਸ਼ਾਹ ਦੇ ਵੱਲ ਦ੍ਰਿਸ਼ਟੀ ਲਾ ਕੇ ਤੱਕਦੇ ਪਏ, ਦੇਖਦੇ ਪਏ ਹਨ। ਬਹੁਤ ਸੁਤ ਸਨੇਹ ਸੋ ਸਾਨੀ, ਤੇ ਉਸ ਵੇਲੇ ਹੁਣ ਗੱਲ ਕਿਹਨੇ ਸ਼ੁਰੂ ਕਰਨੀ ਹੈ? ਗੱਲ ਸ਼ੁਰੂ ਕਰਨੀ ਮਾਤਾ ਗੁਜਰੀ ਜੀਆਂ ਨੇ। ਉਹ ਵੱਡੇ ਨੇ, ਸਤਿਕਾਰਯੋਗ ਨੇ। ਜਦੋਂ ਵੇਖਿਆ ਵੀ ਸਾਰੇ ਜਾਣੇ ਬੈਠ ਗਏ ਦੀਵਾਨ ਦੇ ਵਿੱਚ, ਉਸ ਵੇਲੇ ਫਿਰ ਮਾਤਾ ਜੀ ਬੜੇ ਸਨਮਾਨ ਦੇ ਨਾਲ ਕਹਿਣ ਲੱਗੇ ਹਨ, ਭਿਖ ਮਾਤਾ ਬਾਤ ਬਖਾਨੀ। ਮਾਤਾ ਜੀ ਵੇਖ ਕੇ ਉਸ ਵੇਲੇ ਕਹਿੰਦੇ ਹਨ, ਹੇ ਪੁੱਤਰ ਕਹੋ ਕਹਿ ਪਾਤੀ, ਸੋ ਹੇ ਪੁੱਤਰ, ਮੈਨੂੰ ਪਤਾ ਲੱਗਾ ਵੀ ਕਿਸੇ ਰਾਜੇ ਦੀ ਚਿੱਠੀ ਆਈ ਹੈ। ਪਤਾ ਤੇ ਮਾਤਾ ਜੀ ਨੂੰ ਸਾਰਾ ਹੀ ਦੱਸ ਦਿੱਤਾ ਬਸੰਦਾ ਨੇ, ਪਰ ਪੂਰੀ ਤਰ੍ਹਾਂ ਖੁੱਲ੍ਹ ਕੇ ਨਹੀਂ, ਕੁਝ ਬਚਨ ਗੁਪਤ ਰੱਖਿਆ, ਕੁਝ ਪ੍ਰਗਟ ਕਰ ਦਿੱਤਾ। ਕਹਿਣ ਲੱਗੇ ਸਾਨੂੰ ਪਤਾ ਲੱਗਾ ਕਿਸੇ ਰਾਜੇ ਦੀ ਚਿੱਠੀ ਤੁਹਾਡੇ ਕੋਲ ਆਈ ਹੈ। ਕਿਸ ਨਿਰਪਤ ਪਠੀ ਕਿਸ ਭਾਂਤੀ, ਕਿਸੇ ਰਾਜੇ ਨੇ ਕਿਸੇ ਦੇਸ਼ ਵਿੱਚੋਂ ਭੇਜੀ ਹੈ। ਸਾਨੂੰ ਨਹੀਂ ਪਤਾ ਵੀ ਉਹ ਰਾਜੇ ਦਾ ਨਾਮ ਕੀ ਹੈ, ਤੇ ਨਾ ਸਾਨੂੰ ਪਤਾ ਵੀ ਉਹ ਰਾਜਾ ਰਹਿੰਦਾ ਕਿੱਥੇ ਹੈ। ਬਸ ਇੰਨਾ ਪਤਾ ਹੈ ਵੀ ਉਹ ਚਿੱਠੀ ਤੁਹਾਡੇ ਕੋਲ ਆਈ ਹੈ। ਸੋ ਦੇਸ਼ ਹੈ ਦਿਸ਼ ਕੌਨੇ, ਤੇ ਉਹ ਜਿਹੜਾ ਦੇਸ਼ ਕਿੱਥੇ ਹੈ ਜਿੱਥੋਂ ਚਿੱਠੀ ਆਈ ਹੈ, ਸਾਨੂੰ ਤੇ ਉਸ ਦੇਸ਼ ਦਾ ਪਤਾ ਨਹੀਂ ਹੈ। ਕਹਿ ਪਟਿਓ ਕਹਾਂ ਇਤ ਤੌਨੇ, ਉਹ ਕਿੰਨੇ ਚਿੱਠੀ ਭੇਜੀ ਹੈ, ਉਹ ਦੇਸ਼ ਕਿੱਥੇ ਹੈ, ਉਹ ਦੇਸ਼ ਦਾ ਰਾਜਾ ਕਿੱਥੇ ਹੈ। ਇਹ ਮਾਤਾ ਜੀ ਪੁੱਛਦੇ ਪਏ ਵੀ ਸਤਿਗੁਰੂ ਕੁਝ ਨਾ ਕੁਝ ਦੱਸਣਗੇ ਵੀ ਉਹ ਫਲਾਣਾ ਰਾਜਾ ਜਾਂ ਫਲਾਣਾ ਦੇਸ਼ ਹੈ, ਉਹਦੇ ਦੇਸ਼ ਦੀ ਥੋੜ੍ਹੀ ਬਹੁਤੀ ਮਹਾਰਾਜ ਉਪਮਾ ਵੀ ਕਰਨਗੇ ਵੀ ਬੜਾ ਸੋਹਣਾ। ਇਸ ਕਰਕੇ ਪੁੱਛਦੇ ਪਏ, ਕਹਿੰਦੇ ਜੀ ਉਹ ਦੇਸ਼ ਕਿੱਥੇ ਹੈ, ਤੇ ਉਹ ਦੇਸ਼ ਦੀ ਜਿਹੜੀ ਸੋਭਾ ਸੋਹਣੀ ਕਿੰਨੀ ਕੁ ਹੈ, ਕਿਹੋ ਜਿਹਾ ਉੱਥੇ ਰਾਜਾ ਰਹਿੰਦਾ ਹੈ। ਸੁਨ ਮਾਤ ਬਾਕ ਕੋ ਬੋਲੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਸੁਣੇ ਬਚਨ ਸਤਿਕਾਰਯੋਗ ਮਾਤਾ ਗੁਜਰੀ ਜੀਆਂ ਦੇ, ਤੇ ਮਹਾਰਾਜ ਫਿਰ ਉੱਤਰ ਦੇਣ ਵਾਸਤੇ ਬੋਲੇ ਹਨ। ਮੁਖ ਕਮਲ ਹੀਰ ਰਦ ਖੋਲੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਹੀਰੇ ਵਰਗੇ ਦੰਦਾਂ ਵਾਲਾ, ਕਮਲ ਵਰਗਾ ਸੋਹਣਾ ਮੁਖ ਮਹਾਰਾਜ ਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਮੁਖ ਬੜਾ ਸੋਹਣਾ ਹੈ, ਹੀਰਿਆਂ ਵਰਗੇ ਸੋਹਣੇ ਦੰਦ। ਮਹਾਰਾਜ ਜਦੋਂ ਬੋਲਣ ਵਾਸਤੇ ਆਪਣਾ ਮੁਖ ਖੋਲ੍ਹਿਆ ਹੈ, ਜਿਤ ਜਮਨਾ ਸ਼ਿਆਮਲ ਵਾਰੀ, ਕਹਿਣ ਲੱਗੇ ਵੀ ਜਿਵੇਂ ਜਮਨਾ ਦਾ ਪਾਣੀ ਕਾਲੇ ਰੰਗ ਦਾ ਬੜੀ ਸ਼ੋਭਾ ਪਾਉਂਦਾ ਹੈ। ਕਿਰਪਤਪੁਰੀ ਉਦਾਰੀ, ਤੇ ਸਤਿਗੁਰੂ ਕਹਿਣ ਲੱਗੇ, ਕਹਿੰਦੇ ਮਾਤਾ ਜੀ ਵੀ ਇਹ ਜਿਹੜੀ ਚਿੱਠੀ ਆਈ ਹੈ ਨਾ, ਉਹ ਉਸ ਇਲਾਕੇ ਵਿੱਚੋਂ ਆਈ ਹੈ ਜਿੱਥੋਂ ਜਮਨਾ ਨਦੀ ਲੰਘਦੀ ਹੈ ਨਾ, ਕਾਲੇ ਪਾਣੀ ਵਾਲੀ। ਕਹਿਣ ਲੱਗੇ ਵੀ ਉਸ ਦੇਸ਼ ਵਿੱਚ, ਉਸ ਇਲਾਕੇ ਵਿੱਚੋਂ ਚਿੱਠੀ ਆਈ ਹੈ। ਕਹਿ ਨਾਹਨ ਤਾਂ ਮਹਿਪਾਲਾ, ਉਥੋਂ ਦੇ ਰਾਜੇ ਦਾ ਨਾਮ ਜਿਹੜਾ ਹੈ ਉਹ ਮੇਦਨੀ ਪ੍ਰਕਾਸ਼ ਹੈ, ਤੇ ਰਾਜਧਾਨੀ ਉਹਦੀ ਨਾਹਨ ਦੇਸ਼ ਹੈ। ਪੌਂਟਾ ਸਾਹਿਬ ਨੂੰ ਆਪਾਂ ਜਾਂਦੇ ਹਾਂ, ਰਸਤੇ ਵਿੱਚ ਸ਼ਹਿਰ ਆਉਂਦਾ, ਜਦੋਂ ਆਪਾਂ ਕਾਲੇ ਅੰਬ ਤੋਂ ਜਾਈਏ ਦਰਸ਼ਨ ਕਰਨ ਵਾਸਤੇ, ਇਹ ਉੱਥੋਂ ਦਾ ਇਤਿਹਾਸ ਮਹਾਰਾਜ ਵਰਣਨ ਕਰਦੇ ਪਏ। ਕਹਿਣ ਲੱਗੇ ਵੀ ਨਾਹਨ ਨਾਮ ਦਾ ਉਹ ਸ਼ਹਿਰ ਹੈ ਜਿੱਥੇ ਇਥੋਂ ਦਾ ਰਾਜਾ ਰਹਿੰਦਾ ਹੈ। ਲਿਖ ਭੇਜੀ ਅਰਜ਼ ਵਿਸਾਲਾ, ਉਹਨਾਂ ਨੇ ਇਹ ਅਰਜ਼ ਬੇਨਤੀ ਜਿਹੜੀ ਹੈ ਸਾਡੇ ਕੋਲ ਭੇਜੀ ਹੈ ਵੀ ਮਹਾਰਾਜ ਸਾਡੇ ਕੋਲ ਆਉਣਾ ਕਰੋ। ਇਤ ਬੈਰ ਵਧਿਓ ਸੁਣ ਲੀਨੋ, ਉਹਦੇ ਵਿੱਚ ਲਿਖਿਆ ਮਾਤਾ ਜੀ ਰਾਜੇ ਨੇ ਵੀ ਸਤਿਗੁਰੂ ਤੁਹਾਡਾ ਵੈਰ ਭੀਮ ਚੰਦ ਨਾਲ ਵਧਿਆ ਹੋਇਆ ਹੈ। ਨਿਜ ਦੇਸ਼ ਆਵਾਹਨ ਕੀ, ਤਾਂ ਉਹਨੇ ਸਾਨੂੰ ਆਪਣੇ ਦੇਸ਼ ਬੁਲਾਇਆ, ਤਾਂ ਬੁਲਾਇਆ। ਰਾਜੇ ਨੂੰ ਪਤਾ ਲੱਗ ਗਿਆ ਵੀ ਸਾਡਾ ਭੀਮ ਚੰਦ ਨਾਲ ਵੈਰ ਹੈ, ਇਸ ਕਰਕੇ ਉਹ ਰਾਜਾ ਸਾਡੀ ਮਦਦ ਵਾਸਤੇ ਸਾਨੂੰ ਬੁਲਾਉਂਦਾ ਹੈ। ਤਬ ਮਾਤੁਲ ਕਹਿਓ ਕਿਰਪਾਲੂ, ਉਸ ਵੇਲੇ ਹੁਣ ਵਿਉਂ ਤੇ ਸਾਰੀ ਬਣੀ ਹੈ ਨਾ, ਸਲਾਹ ਤੇ ਬਣੀ ਹੋਈ ਵੀ ਇੱਕ ਜਣਾ ਗੱਲ ਸ਼ੁਰੂ ਕਰੇਗਾ, ਦੂਜਾ ਉਹਦੇ ਉੱਪਰ ਹੋਰ ਵਜਨ ਪਾਏਗਾ ਵੀ ਹਾਂ ਠੀਕ ਹੈ। ਅਜੇ ਮਾਤਾ ਜੀ ਨੇ ਇੰਨਾ ਹੀ ਪੁੱਛਿਆ ਤੇ ਸਤਿਗੁਰਾਂ ਨੇ ਕੇਵਲ ਦੱਸਿਆ ਹੀ ਹੈ ਵੀ ਫਲਾਣੇ ਦੇਸ਼ ਦਾ ਫਲਾਣਾ ਰਾਜਾ ਚਿੱਠੀ ਆਈ ਹੈ।
ਮਾਮਾ ਕਿਰਪਾਲ ਚੰਦ ਕੋਲ ਹੀ ਬੈਠੇ ਸਨ। ਬਚਨ ਸੁਣਦਿਆਂ ਨਾਲ ਹੀ ਉਹਨਾਂ ਨੇ ਵੀ ਉਸ ਵੇਲੇ ਆਖਿਆ ਹੈ, ਲਿਖ ਪਠਿਓ ਮਨੋਗ ਵਿਸਾਲੂ। ਕਹਿਣ ਲੱਗੇ ਮਹਾਰਾਜ ਵੀ ਰਾਜੇ ਨੇ ਬੜੇ ਪ੍ਰੇਮ ਨਾਲ ਚਿੱਠੀ ਭੇਜੀ ਹੈ ਤੇ ਆਪਾਂ ਨੂੰ ਰਾਜੇ ਦੀ ਗੱਲ ਮੰਨਣੀ ਚਾਹੀਦੀ ਹੈ। ਇੰਨੇ ਪ੍ਰੇਮ ਦੇ ਨਾਲ ਉਹ ਸੱਦਾ ਪਿਆ ਤੇ ਆਪਾਂ ਨੂੰ ਨਾ ਨਹੀਂ ਕਰਨੀ ਚਾਹੀਦੀ ਹੈ। ਰਮਣੀਕ ਦੂਣ ਹੈ ਸਾਰੀ। ਸਾਨੂੰ ਪਤਾ ਲੱਗਾ ਵੀ ਉਹ ਜਿਹੜੀ ਦੂਣ ਇਲਾਕਾ ਹੈ ਨਾ, ਪੱਧਰਾ, ਉਹ ਬੜਾ ਰਮਣੀਕ ਹੈ, ਬੜਾ ਸੋਹਣਾ ਹੈ। ਅੱਜ ਵੀ ਗੁਰਮੁਖੋ ਤੁਸੀਂ ਜਾਓ ਨਾ ਉਸ ਇਲਾਕੇ ਦੇ ਵਿੱਚ, ਤੇ ਅੱਜ ਵੀ ਉਹ ਬੜਾ ਸੋਹਣਾ ਲੱਗਦਾ, ਬੜਾ ਹਰਿਆ ਭਰਿਆ ਮੈਦਾਨੀ ਇਲਾਕਾ। ਤੇ ਮਾਮਾ ਕਿਰਪਾਲ ਚੰਦ ਜੀ ਕਹਿੰਦੇ ਪਏ, ਕਹਿੰਦੇ ਮਹਾਰਾਜ ਵੀ ਉਹ ਸੁਣਿਆ, ਸਾਨੂੰ ਪਤਾ ਲੱਗਾ ਵੀ ਬੜਾ ਸੋਹਣਾ ਇਲਾਕਾ ਸੇ ਹੈ। ਭਾਖੈ ਹੈ ਜਿਨ ਹੋਣੇ ਹਾਰੀ। ਜਿਨ੍ਹਾਂ ਨੇ ਵੇਖਿਆ ਹੈ ਨਾ ਉਹ ਇਲਾਕਾ, ਉਹ ਸਾਰੇ ਦੱਸਦੇ ਨੇ ਵੀ ਉਹ ਇਲਾਕਾ ਬਹੁਤ ਸੋਹਣਾ ਹੈ। ਦੇਹਰਾਦੂਨ ਦਾ ਸ਼ਹਿਰ ਹੋ ਗਿਆ, ਜਿੰਨਾ ਵੀ ਇਲਾਕਾ ਸਾਰੀ ਉਹਦੀ ਰਿਆਸਤ ਹੈ ਰਾਜੇ ਦੀ, ਇਹ ਸਾਰਾ ਇਲਾਕਾ ਬੜਾ ਸੁੰਦਰ ਹੈ। ਸ਼੍ਰੀ ਰਾਮ ਰਾਏ ਜਬ ਦੇਖੀ। ਤੇ ਇਹ ਗੱਲ ਆਪਾਂ ਤਾਂ ਮੰਨ ਸਕਦੇ ਹਾਂ, ਗੁਰੂ ਹਰ ਰਾਏ ਸਾਹਿਬ ਜੀਆਂ ਦੇ ਵੱਡੇ ਪੁੱਤਰ ਬਾਬਾ ਰਾਮ ਰਾਏ ਵੀ ਇੰਨੀ ਸੋਹਣੀ ਜਗ੍ਹਾ ਵੇਖ ਕੇ ਫਿਰ ਸੁਖਦਾਇਕ ਜਾਨ ਵਿਸ਼ੇਖੀ। ਉਹਨਾਂ ਨੇ ਵੇਖਿਆ ਵੀ ਇਹ ਜਗ੍ਹਾ ਬੜੀ ਸੁਖ ਦੇਣ ਵਾਲੀ ਹੈ ਤੇ ਉੱਥੇ ਬਾਬਾ ਰਾਮ ਰਾਏ ਜੀ ਰਹੇ ਹਨ। ਸੋ ਅਹਿ ਦੂਰ ਲਗ ਇਤਕੋ। ਤੇ ਉਹ ਦੂਰ ਨੇ ਇੱਥੋਂ, ਅਨੰਦਪੁਰ ਸਾਹਿਬ ਤੋਂ ਦੂਰ। ਮਾਮਾ ਕਿਰਪਾਲ ਚੰਦ ਜੀ ਕਹਿੰਦੇ ਪਏ ਵੀ ਜਗ੍ਹਾ ਬੜੀ ਸੋਹਣੀ ਹੋਵੇਗੀ, ਸੁਣਿਆ ਲੋਕਾਂ ਕੋਲੋਂ, ਔਰ ਗਵਾਹੀ ਇਹ ਪੈਂਦੀ ਪਈ ਹੈ ਵੀ ਉੱਥੇ ਰਾਮ ਰਾਏ ਨੂੰ ਜਿਹੜੀ ਜਗ੍ਹਾ ਪਸੰਦ ਆ ਗਈ ਹੈ, ਕਿਉਂਕਿ ਬਾਬਾ ਰਾਮ ਰਾਏ ਦੇ ਜਿਹੜੇ ਠਾਠ ਬਾਠ ਸਨ ਨਾ, ਬਾਦਸ਼ਾਹ ਵਾਲੇ ਸਨ। ਬਾਦਸ਼ਾਹ ਔਰੰਗਜ਼ੇਬ ਦੇ ਕੋਲ ਰਿਹਾ, ਬਾਦਸ਼ਾਹੀ ਦੇ ਜਿਹੜੇ ਨਜ਼ਾਰੇ ਨੇ ਉਹਨਾਂ ਨੇ ਆਨੰਦ ਲਏ ਹੋਏ, ਤੇ ਮਾੜੀ ਮੋਟੀ ਜਗ੍ਹਾ ਤੇ ਬਾਬਾ ਰਾਮ ਰਾਏ ਨੂੰ ਪਸੰਦ ਨਹੀਂ ਨਾ ਆਵੇਗੀ। ਜਿਹੜੀ ਜਗ੍ਹਾ ਬਾਬਾ ਰਾਮ ਰਾਏ ਜੀ ਨੂੰ ਪਸੰਦ ਆ ਗਈ ਹੈ, ਇਹਦਾ ਮਤਲਬ ਇਹ ਹੈ ਵੀ ਉਹ ਜਗ੍ਹਾ ਬੜੀ ਚੰਗੀ ਹੈ। ਰਵ ਸੁਤਾ ਆਨੰਦਤ ਜਿਤ ਕੋ। ਤੇ ਜਿੱਥੋਂ ਸੂਰਜ ਦੀ ਪੁੱਤਰੀ ਜਮਨਾ ਬੜੇ ਆਨੰਦ ਦੇ ਨਾਲ ਵਗਦੀ ਹੈ, ਪ੍ਰਵਾਹ ਚੱਲਦਾ ਹੈ, ਇਸ ਤੇ ਕੁਛ ਪਰੇ ਬਸੰਤਾ। ਉਸ ਤੋਂ ਥੋੜਾ ਜਿਹਾ ਪਰੇ। ਹੁਣ ਮਾਮਾ ਕਿਰਪਾਲ ਚੰਦ ਜੀ ਇਹ ਗੱਲ ਤਾਂ ਕਰਦੇ ਪਏ, ਕਿਤੇ ਮਹਾਰਾਜ ਰਾਮ ਰਾਏ ਦਾ ਨਾਂ ਸੁਣ ਕੇ ਜਾਣ ਹੀ ਨਾ, ਵੀ ਜਿੱਥੇ ਰਾਮ ਰਾਏ ਰਹਿੰਦਾ ਉੱਥੇ ਅਸੀਂ ਨਹੀਂ ਜਾਂਦੇ। ਨਾਲ ਹੀ ਇਹ ਵੀ ਗੱਲ ਕਰ ਦਿੱਤੀ ਵੀ ਮਹਾਰਾਜ ਆਪਾਂ ਜਮਨਾ ਦੁਰਲੇ ਪੱਲੇ ਰਹਿਣਾ, ਉਹਨੇ ਜਮਨਾ ਦੇ ਪਰਲੇ ਪੰਨੇ ਰਹਿ ਰਿਹਾ, ਆਪਣਾ ਉਹਦੇ ਨਾਲ ਕੋਈ ਵਾਹ ਵਾਸਤਾ ਨਹੀਂ ਪੈਣਾ ਹੈ। ਤਹਿ ਬਿਹਰਤ ਬਹੁ ਹਰਖੰਤਾ। ਅਤੇ ਉੱਥੇ ਉਹ ਰਹਿੰਦਾ ਹੈ ਤੇ ਬੜਾ ਖੁਸ਼ ਹੈ, ਤੇ ਉਰਲੇ ਕਿਨਾਰੇ ਆਪਾਂ ਰਵਾਂਗੇ ਆਪਣੇ ਵਾਲੇ ਪਾਸੇ, ਤੇ ਆਪਾਂ ਵੀ ਖੁਸ਼ ਰਹਿਣਾ ਹੈ। ਸੁਣ ਆਨੰਦ ਚੰਦ ਕਹਿ ਬਾਣੀ। ਕਹਿਣ ਲੱਗੇ ਜਦੋਂ ਮਾਮਾ ਕਿਰਪਾਲ ਚੰਦ ਨੇ ਸਹੀ ਪਾਈ ਨਾ ਵੀ ਆਪਾਂ ਨੂੰ ਜਾਣਾ ਚਾਹੀਦਾ, ਤੇ ਦੀਵਾਨ ਖਲੋਤਾ ਸੀ ਆਨੰਦ ਚੰਦ, ਉਹਨੂੰ ਮੌਕਾ ਮਿਲ ਗਿਆ। ਕਹਿਣ ਲੱਗਾ ਫਿਰ ਮਹਾਰਾਜ ਮੇਰੀ ਅਰਜ਼ ਸੁਣਨਾ ਕਰੋ। ਅਸ ਸੁੰਦਰ ਦੂਣ ਮਹਾਨੀ। ਮਹਾਰਾਜ ਮੈਂ ਵੀ ਸੁਣਿਆ ਵੀ ਉਹ ਇਲਾਕਾ ਬੜਾ ਸੋਹਣਾ, ਬੜਾ ਸੋਹਣਾ। ਉਹਦੇ ਸੁਹਾਪਣ ਦਾ ਵਰਣਨ ਤਾਂ ਕੀਤਾ ਜਾ ਰਿਹਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੋਹਣੀਆਂ ਸੋਹਣੀਆਂ ਜਗ੍ਹਾ ਬੜੀਆਂ ਚੰਗੀਆਂ ਲੱਗਦੀਆਂ, ਤੇ ਮਹਾਰਾਜ ਉੱਥੇ ਫਿਰ ਨਿਵਾਸ ਕਰਦੇ। ਜਿਵੇਂ ਆਪਾਂ ਬਿਭੌਰ ਸਾਹਿਬ ਜਾਂਦੇ ਆ ਨਾ, ਤੇ ਨੰਗਲ, ਤੇ ਉੱਥੇ ਬੜਾ ਸੋਹਣਾ ਗੁਰਦੁਆਰਾ ਗੁਰੂ ਘਰ ਬਣਿਆ ਹੋਇਆ। ਮਹਾਰਾਜ ਬੜੀ ਬੜੀ ਸੋਹਣੀ ਜਗ੍ਹਾ ਤੇ ਆਪਣਾ ਨਿਵਾਸ ਕਰਦੇ ਸਨ। ਤੇ ਆਨੰਦ ਚੰਦ ਵੀ ਕਹਿ ਰਿਹਾ, ਕਹਿਣ ਲੱਗੇ ਮਹਾਰਾਜ ਮੈਂ ਵੀ ਸੁਣਿਆ ਵੀ ਉਹ ਇਲਾਕਾ ਬੜਾ ਸੋਹਣਾ ਹੈ। ਜੇ ਰੁਚ ਹਜ਼ੂਰ ਮਨ ਭਾਵੈ। ਤੇ ਸਤਿਗੁਰੂ ਪਾਤਸ਼ਾਹ ਜੀ ਜੇ ਤੁਹਾਨੂੰ ਚੰਗਾ ਲੱਗੇ, ਜੇ ਤੁਹਾਡਾ ਮਨ ਚਾਹੁੰਦਾ, ਤੇ ਫਿਰ ਆਪਾਂ ਜਾਣਾ ਕਰੀਏ। ਤਬ ਪਿਖਨ ਸਭਨ ਬਨ ਆਵੈ। ਤੇ ਜੇ ਤੁਸੀਂ ਮਹਾਰਾਜ ਚੱਲੋਗੇ, ਤੁਹਾਡੇ ਬਹਾਨੇ ਅਸੀਂ ਵੀ ਵੇਖ ਲਵਾਂਗੇ, ਪਰ ਅਸੀਂ ਤੇ ਤਾਂ ਹੀ ਵੇਖਾਂਗੇ ਜਦੋਂ ਤੁਸੀਂ ਚੱਲੋਗੇ। ਜੇ ਤੁਸੀਂ ਨਹੀਂ ਚੱਲੋਗੇ ਤੇ ਅਸੀਂ ਕਿਵੇਂ ਵੇਖਾਂਗੇ? ਇਸ ਕਰਕੇ ਮਹਾਰਾਜ ਸਾਡਾ ਜੀ ਕਰਦਾ ਵੀ ਉਹ ਇਲਾਕਾ ਵੇਖੀਏ, ਪਰ ਵੇਖਾਂਗੇ ਤਾਂ ਜੇ ਤੁਹਾਨੂੰ ਜਾਣਾ ਚੰਗਾ ਲੱਗਦਾ ਹੈ। ਨਿਤ ਕਰੋ ਅਖੇਰ ਕਨੇਰੇ। ਮਹਾਰਾਜ ਤੁਹਾਨੂੰ ਵੀ ਸ਼ੌਂਕ ਹੈ ਇਹ ਸ਼ਿਕਾਰ ਖੇਡਣ ਦਾ, ਤੇ ਸਾਨੂੰ ਪਤਾ ਵੀ ਉੱਥੇ ਬਹੁਤ ਜ਼ਿਆਦਾ ਸ਼ਿਕਾਰ ਹਨ। ਚਿਤ ਵਧਾ ਹੈ ਆਨੰਦ ਵਡੇਰੇ। ਤੇ ਮਨ ਦੇ ਵਿੱਚ ਬੜੇ ਆਨੰਦ ਜਿਹੜੇ ਨੇ ਉਸ ਵੇਲੇ ਵੱਧ ਜਾਣਗੇ। ਭੀਮ ਚੰਦ ਕੁਰਿਆਰੀ। ਮਹਾਰਾਜ ਇਧਰੋਂ ਵੇਖੋ ਵੀ ਇੱਕ ਤੇ ਭੀਮ ਚੰਦ ਦੇ ਖੋਟਾ ਰਾਜਾ ਕਹਿਲੂਰੀਆ ਜਿਹਨੂੰ ਆਖਦੇ ਹਨ, ਨਿਤ ਕ੍ਰੋਧ ਵਧਾਵਤ ਭਾਰੀ। ਇਹ ਆਪਣੇ ਨਾਲ ਰੋਜ਼ ਕ੍ਰੋਧ ਕਰਦਾ, ਰੋਜ਼ ਗੁੱਸਾ ਕਰਦਾ, ਰੋਜ਼ ਆਪਣੇ ਨਾਲ ਲੜਾਈਆਂ ਕਰਦਾ ਹੈ। ਕਰ ਗਏ ਤਰਾਸ ਕੋ ਧਾਰੇ। ਤੇ ਚਲੋ ਚੰਗੀ ਗੱਲ ਹੈ ਵੀ ਆਪਣੇ ਤੋਂ ਡਰ ਕੇ ਉਹ ਬੈਠ ਗਿਆ, ਇਹ ਚੰਗੀ ਗੱਲ, ਪਰ ਹੈ ਤੇ ਉਹ ਮਾੜਾ ਹੀ ਨਾ। ਮਾੜੇ ਬੰਦੇ ਦਾ ਕੋਈ ਪਤਾ ਨਹੀਂ, ਉਹਨੂੰ ਕਦੋਂ ਫਿਰ ਛਿਣਕ ਪਵੇ ਤੇ ਫਿਰ ਉੱਠ ਪਵੇ ਵੀ ਮੈਂ ਜੰਗ ਕਰਨਾ ਹੈ। ਇੱਕ ਵਾਰੀ ਤੇ ਉਹ ਡਰ ਕੇ ਚੁੱਪ ਕਰਕੇ ਬੈਠ ਗਿਆ, ਰੋਜ਼ ਆਪਣੇ ਨਾਲ ਕਲੇ ਕਲੇਸ਼ ਕਰਦਾ। ਇਹੋ ਜਿਹੇ ਰਾਜੇ ਕੋਲੋਂ ਦੂਰ ਜਾਣਾ ਚਾਹੀਦਾ ਹੈ। ਨਤ ਦੇਖਤ ਜੰਗ ਮਝਾਰੇ। ਨਹੀਂ ਤੇ ਫਿਰ ਮਹਾਰਾਜ ਜੇ ਆ ਵੀ ਜਾਂਦਾ ਸਾਹਮਣੇ, ਤੇ ਫਿਰ ਆਪਣਾ ਉਹਦਾ ਮੇਲਾ ਗੇਲਾ ਤੇ ਜੰਗ ਮੈਦਾਨ ਵਿੱਚ ਹੋਣਾ ਹੈ। ਕਾਲ ਘਨੋ ਤੇ ਕਮਸਾਨਾ। ਫਿਰ ਉਹਦੇ ਨਾਲ ਵੱਡਾ ਜੰਗ ਸਾਨੂੰ ਕਰਨਾ ਪਵੇਗਾ। ਜਿਸ ਹੀਰਤ ਹੋਤ ਹਿਰਾਨਾ। ਤੇ ਜਿਸ ਨੂੰ ਵੇਖ ਕੇ ਫਿਰ ਭੀਮ ਚੰਦ ਨੇ ਹੈਰਾਨ ਹੋ ਜਾਣਾ ਸੀ ਵੀ ਮਹਾਰਾਜ ਦੇ ਸੂਰਮੇ ਐਸਾ ਜੰਗ ਕਰਦੇ ਹਨ। ਮੁਖ ਪੰਗਜ ਕਾਰਸ ਲਾਗਤ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਹ ਉਸ ਦੇ ਮੁਖ ਕਮਲ ਨੂੰ ਜੋ ਕਾਲਖ ਲੱਗੀ ਹੈ ਨਾ, ਉਹ ਲੱਗੀ ਰਹਿਣੀ ਹੈ, ਕਿਉਂਕਿ ਜਿਹੜੀ ਕਾਲਖ ਉਹਨੇ ਇਕੱਠੀ ਕੀਤੀ ਹੈ
ਇਹ ਕਾਲਖ ਉਹਦੇ ਮੂੰਹ ਨੂੰ ਲੱਗਣੀ ਹੈ। ਜਲ ਧੋਏ ਨਿਤ ਬਹੁ ਦਾਗਤ, ਅਤੇ ਜਦੋਂ ਕਾਲਖ ਮੂੰਹ ਨੂੰ ਲੱਗ ਜਾਵੇ ਨਾ, ਮੂੰਹ ਜਿੰਨਾ ਮਰਜ਼ੀ ਧੋਈਏ ਉਹ ਕਾਲਖ ਸਗੋਂ ਵੱਧਦੀ ਜਾਂਦੀ ਹੈ। ਤੇ ਉਸ ਰਾਜੇ ਦੇ ਮੂੰਹ ਦੇ ਉੱਪਰ ਲਾਲਚ ਦੀ ਕਾਲਖ ਲੱਗੀ ਹੋਈ ਹੈ ਤੇ ਉਹਨੇ ਟਲਣਾ ਕੋਈ ਨਹੀਂ ਹੈ। ਪ੍ਰਭ ਤੁਮਰੋ ਜਸ ਬਿਦ ਤਾਇਓ, ਮਹਾਰਾਜ ਤੁਹਾਡਾ ਜਸ ਤੇ ਸਾਰੇ ਥਾਵਾਂ ਤੇ ਬੜਾ ਵੱਡਾ ਹੈ। ਬਿਨ ਰਲੇ ਵਿਜੈ ਪਦ ਪਾਇਓ। ਵੇਖੋ ਮਹਾਰਾਜ, ਆਪਾਂ ਲੜੇ ਵੀ ਨਹੀਂ ਤੇ ਜਿੱਤ ਤੁਹਾਨੂੰ ਮਿਲ ਗਈ। ਇਹ ਸਾਰਿਆਂ ਨੂੰ ਪਤਾ ਵੀ ਭੀਮ ਚੰਦ ਤੁਹਾਡੇ ਨਾਲ ਲੜਨਾ ਚਾਹੁੰਦਾ, ਪਰ ਤੁਹਾਡੇ ਤੋਂ ਡਰਦਾ, ਲੜਿਆ ਨਹੀਂ। ਆਪਾਂ ਬਿਨਾਂ ਲੜਨ ਤੋਂ ਹੀ ਇਹ ਜਿੱਤ ਪ੍ਰਾਪਤ ਕਰ ਲਈ ਹੈ। ਸੁਨ ਸੰਗੋ ਬਾਕ ਵਖਾਨਾ, ਜਦੋਂ ਨੰਦ ਚੰਦ ਦੀਵਾਨ ਨੇ ਇਹ ਗੱਲ ਆਖੀ ਹੈ ਤੇ ਗੁਰਮੁਖੋ ਸਲਾਹ ਤੇ ਸਾਰੇ ਹੀ ਕਰਕੇ ਆਏ ਨਾ। ਹੁਣ ਭਾਈ ਸੰਗੋ ਸ਼ਾਹ ਮਹਾਰਾਜ ਜੀਆਂ ਦੇ ਭੂਆ ਦੇ ਪੁੱਤਰ ਵੱਡੇ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦੇ ਵੱਡੇ ਦੋਤਰੇ, ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਵੱਡੇ ਜਿਹੜੇ ਭਾਂਜੇ ਨੇ, ਨਾਮ ਹੈ ਬਾਬਾ ਸੰਗੋ ਸ਼ਾਹ। ਕਹਿਣ ਲੱਗੇ, ਫਿਰ ਉਹ ਬੋਲੇ ਹਨ, ਨਿਤ ਗੁਰਨ ਪ੍ਰਤਾਪ ਮਹਾਨਾ, ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦਾ ਪ੍ਰਤਾਪ ਬਹੁਤ ਵੱਡਾ ਹੈ। ਇਹ ਬਪੁਰੇ ਕਹਾਂ ਪਹਾੜੀ, ਇਹ ਪਹਾੜੀਏ ਕੌਣ ਨੇ? ਚੀਟੀਆਂ ਨੇ ਸਾਡੇ ਸਾਹਮਣੇ। ਪਹਾੜੀਏ ਆਪਣਾ ਕੀ ਵਿਗਾੜ ਸਕਦੇ? ਮਹਾਰਾਜ ਤੁਸੀਂ ਤੇ ਖੁਦ ਪਰਮੇਸ਼ਰ ਦਾ ਰੂਪ ਹੋ। ਤੁਰਕੇਸ਼ ਚਮੂ ਲਰਹਾਰੀ, ਸਾਡੇ ਨਾਲ ਤੇ ਔਰੰਗਜ਼ੇਬ ਦੀ ਫੌਜ ਲੜ ਕੇ ਨਹੀਂ ਜਿੱਤ ਸਕਦੀ। ਇਹ ਪਹਾੜੀਏ ਕਿਹੜੇ ਨੇ? ਅਸੀਂ ਡਰਦੇ ਕੋਈ ਨਹੀਂ। ਜਾਂ ਅਸੀਂ ਡਰ ਕੇ ਨਹੀਂ ਕਹਿ ਰਹੇ ਵੀ ਮਹਾਰਾਜ ਇੱਥੋਂ ਚਲੇ ਚੱਲੀਏ, ਨਹੀਂ, ਸਾਡੇ ਮਨ ਵਿੱਚ ਕੋਈ ਡਰ ਨਹੀਂ ਹੈ, ਨਾ ਅਸੀਂ ਇਹਨਾਂ ਤੋਂ ਡਰਦੇ ਹਾਂ। ਆਪਣੇ ਨਾਲ ਤੇ ਮਹਾਰਾਜ ਔਰੰਗਜ਼ੇਬ ਦੀ ਫੌਜ ਆ ਜਾਵੇ ਤੇ ਅਸੀਂ ਉਹਦੇ ਨਾਲ ਵੀ ਮੱਥਾ ਲਾਉਣ ਨੂੰ ਤਿਆਰ ਹਾਂ। ਇਸ ਤਰ੍ਹਾਂ ਭਾਈ ਸੰਗੋ ਸ਼ਾਹ ਜੀ ਆਖਦੇ ਹਨ। ਗੁਰ ਖਸਟਮ ਕੋਰਨ ਚਾਰੇ, ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਨੇ 4 ਜੰਗ ਬੜੇ ਵੱਡੇ ਕੀਤੇ ਹਨ। ਹੈ ਬਿਦਤ ਅਜੋਂ ਜਗ ਸਾਰੇ, ਉਹ ਸਾਰੇ ਜੰਗ ਪ੍ਰਗਟ ਨੇ, ਕਿਉਂਕਿ ਸਤਿਗੁਰਾਂ ਦੀ ਪੁੱਤਰੀ ਨੇ ਬੀਬੀ ਵੀਰੋ ਜੀਆਂ ਨੇ ਦੱਸਿਆ ਨਾ ਆਪਣੇ ਪਿਤਾ ਦੀ ਬਹਾਦਰੀ ਆਪਣੇ ਪੁੱਤਰਾਂ ਨੂੰ, ਤੇ ਉਹ ਪੁੱਤਰ ਅੱਜ ਆਪਣੀ ਬਹਾਦਰੀ ਜਿਹੜੀ ਹੈ ਨਾਨਾ ਸਤਿਗੁਰੂ ਦੀ ਦੱਸਦੇ ਪਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਵੀ 4 ਜੰਗ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕੀਤੇ ਹਨ। ਜੋ ਹੋਏ ਹਜ਼ੂਰ ਸੰਗ ਖੋਟਾ, ਸਤਿਗੁਰੂ ਪਾਤਸ਼ਾਹ ਜੀ ਜਿਹੜਾ ਤੁਹਾਡੇ ਨਾਲ ਖੋਟਾ ਹੋਵੇਗਾ, ਭਾਵ ਕਿ ਮਨ ਦਾ ਖੋਟਾ ਰਹੇਗਾ, ਨਿਤ ਪਰ ਹੈ ਤਨ ਹੋਮ ਬੜ ਟੋਟਾ, ਉਹਨਾਂ ਦੇ ਘਰ ਵਿੱਚ ਟੋਟਾ ਹੀ ਪਿਆ ਰਹੇਗਾ, ਘਾਟਾ ਹੀ ਪਿਆ ਰਹੇਗਾ। ਜਿਹੜਾ ਗੁਰੂ ਘਰ ਨਾਲ ਆ ਕੇ ਖੋਟਾ ਦਿਲ ਰੱਖਦਾ, ਖੋਟੇ ਕੰਮ ਕਰਦਾ, ਉਦੋਂ ਨਿਤਾ ਪ੍ਰਤੀ ਕਹਿਣ ਲੱਗੇ ਘਾਟਾ ਹੀ ਪੈਂਦਾ ਹੈ। ਰਣ ਤਿਆਗੋ ਛਤਰ ਕੁਚਾਲੇ, ਜਿੰਨਾ ਚਿਹਰੇ ਸ਼ਤਰੂ ਖੋਟੀ ਚਾਲ ਚੱਲਦੇ ਹਨ, ਉਨ ਕਹਾਂ ਉਡੀਕਨ ਹਾਲੇ। ਤੇ ਮਹਾਰਾਜ ਜੀਓ ਇਹਨਾਂ ਨੂੰ ਫਿਰ ਕੀ ਉਡੀਕਣਾ? ਮਾੜਾ ਹਾਲ, ਮਾੜਾ ਹਾਲ ਇਹਨਾਂ ਦਾ ਆਪਣੇ ਆਪ ਹੀ ਹੋ ਜਾਣਾ। ਮਾੜਾ ਹਾਲ ਵੀ ਫਿਰ ਇਹੋ ਜਿਹੇ ਬੰਦਿਆਂ ਦਾ ਮਾੜਾ ਹਾਲ ਕਰਨ ਵਾਸਤੇ ਵੀ ਉਡੀਕਦਾ ਨਹੀਂ ਹੈ। ਮਾੜਾ ਸਮਾਂ ਤੇ ਇਹੋ ਜਿਹੇ ਬੰਦਿਆਂ ਨੂੰ ਭੱਜ ਕੇ ਪੈ ਜਾਂਦਾ ਹੈ। ਅਬ ਸੈਲਨ ਸੈਲ ਕਰੀਜੈ, ਮਹਾਰਾਜ ਛੱਡੋ ਪਰਾਂ ਭੀਮ ਚੰਦ ਨੂੰ। ਜੰਗ ਕਰਦਾ ਕਰੇ, ਅੱਜ ਕਰਦਾ ਕੱਲ ਕਰਦਾ, ਆਪਾਂ ਨੂੰ ਕੋਈ ਫਿਕਰ ਨਹੀਂ ਹੈ। ਆਪਾਂ ਇਦਾਂ ਕਰੀਏ ਵੀ ਜਾ ਕੇ ਪਹਾੜਾਂ ਦੀ ਸੈਰ ਕਰੀਏ, ਆਨੰਦ ਲਈਏ ਮਹਾਰਾਜ ਨਜ਼ਾਰਾ ਲੈਣ ਵਾਸਤੇ। ਆਪ ਜੀ ਆਪੇ ਤੇ ਆਖਦੇ ਹੋ ਵੀ ਦੇਖਣੇ ਆਇਓ ਜਗਤ ਤਮਾਸ਼ਾ, ਤੇ ਫਿਰ ਜਗਤ ਦਾ ਤਮਾਸ਼ਾ ਤੁਰ ਫਿਰ ਕੇ ਵੇਖੀਏ। ਚਲੋ ਚੱਲੀਏ ਪਹਾੜਾਂ ਦੀ ਸੈਰ ਕਰਨਾ ਕਰੀਏ। ਸਭ ਸੁੰਦਰ ਦੂਣ ਭਿਖੀਜੈ, ਮਹਾਰਾਜ ਚੱਲੀਏ ਤੇ ਸੋਹਣੀਆਂ ਦੂਣਾ, ਸੋਹਣੇ ਇਲਾਕੇ, ਮੈਦਾਨੀ ਇਲਾਕੇ ਪਹਾੜਾਂ ਦੇ ਵੇਖਣਾ ਕਰੀਏ। ਚਿਤੁ ਚੈ ਤਹਾਂ ਤਬ ਰਹੀਏ। ਤੇ ਸਤਿਗੁਰੂ ਪਾਤਸ਼ਾਹ ਜਿੰਨਾ ਚਿਰ ਆਪਣਾ ਜੀ ਕਰੇਗਾ ਉਹਨਾਂ ਚਿਰ ਆਪਾਂ ਉੱਥੇ ਰਵਾਂਗੇ, ਨਜ਼ਾਰੇ ਲਵਾਂਗੇ। ਤੇ ਜਿੱਦਣ ਆਪਣਾ ਮਨ ਕਰੇਗਾ ਅਨੰਦਪੁਰ ਸਾਹਿਬ ਆਉਣ ਨੂੰ, ਫਿਰ ਆਪਾਂ ਇੱਥੇ ਆ ਜਾਵਾਂਗੇ। ਨਾ ਤੇ ਆਏ ਆਪਨਪੁਰ ਲਹੀਏ। ਤੇ ਸਤਿਗੁਰੂ ਪਾਤਸ਼ਾਹ ਆਪਾਂ ਕਿਸੇ ਦੇ ਬੱਧੇ ਥੋੜ੍ਹੀ ਆ ਵੀ ਜ਼ਰੂਰੀ ਉੱਥੇ ਹੀ 5-7 ਸਾਲ ਰਹਿਣਾ। ਜਦੋਂ ਜੀ ਕਰੇਗਾ ਆਪਾਂ ਫਿਰ ਅਨੰਦਪੁਰ ਸਾਹਿਬ ਆ ਜਾਵਾਂਗੇ। ਪਰ ਹੁਣ ਤੇ ਮਹਾਰਾਜ ਉੱਥੋਂ ਦਾ ਰਾਜਾ ਸਾਦਾ ਪਿਆ ਨਾ, ਚੱਲੀਏ ਤੇ ਇੱਕ ਵਾਰੀ ਵੇਖੀਏ ਤੇ ਸਹੀ ਸੋਹਣੇ ਸੋਹਣੇ ਪਹਾੜ ਚੱਲ ਕੇ। ਸੁਨ ਸਤਿਗੁਰ ਸਭ ਮੈਂ ਭਾਖਾ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੁਣੇ ਨਾ ਬਚਨ। ਹੁਣ ਮਹਾਰਾਜ ਤੇ ਜਾਣੀ ਜਾਣਦੇ ਨਾ, ਪਹਿਲਾਂ ਮਾਂ ਨੇ ਆਖਿਆ, ਮਾਤਾ ਨੇ ਆਖਿਆ ਵੀ ਚੱਲੀਏ, ਮਗਰੇ ਮਾਮਾ ਜੀ ਨੇ ਕਹਿਤਾ ਚੱਲੀਏ, ਮਗਰੇ ਦੀਵਾਨ ਨੇ ਆਖਤਾ ਚੱਲੀਏ, ਮਗਰੇ ਭਰਾਵਾਂ ਨੇ ਕਹਿਤਾ ਚੱਲੀਏ। ਸਤਿਗੁਰੂ ਜਾਣਦੇ ਵੀ ਇਹ ਮਤਾ ਪਕਾ ਕੇ ਆਏ ਨੇ, ਸਲਾਹ ਕਰਕੇ ਆਏ। ਸਾਰਿਆਂ ਦੀ ਗੱਲ ਸੁਣ ਕੇ ਮਹਾਰਾਜ ਕਹਿਣ ਲੱਗੇ ਹਨ, ਹਮ ਤਰ ਹੈ ਜੰਗ ਅਵਲਾਖਾ। ਮਹਾਰਾਜ ਕਹਿਣ ਲੱਗੇ ਨਾ ਭਾਈ, ਸਾਡਾ ਜਾਣ ਦਾ ਤੇ ਮਨ ਕੋਈ ਨਹੀਂ ਕਰਦਾ। ਭਾਵੇਂ ਤੁਸੀਂ ਸਾਰੇ ਕਹਿੰਦੇ ਹੋ ਨਾ ਵੀ ਚੱਲੀਏ, ਅਸੀਂ ਨਹੀਂ ਜਾਣਾ ਚਾਹੁੰਦੇ। ਪੁੱਛਿਆ ਮਹਾਰਾਜ ਕਿਉਂ ਨਹੀਂ ਜਾਣਾ ਚਾਹੁੰਦੇ? ਸਤਿਗੁਰੂ ਕਹਿਣ ਲੱਗੇ ਸਾਡਾ ਜੰਗ ਕਰਨ ਨੂੰ ਬੜਾ ਜੀ ਕਰਦਾ ਪਿਆ, ਤੇ ਤੁਸੀਂ ਸਾਨੂੰ ਲੈ ਚੱਲੇ ਹੋ ਪਾਸੇ ਜੰਗ ਤੋਂ। ਅਸੀਂ ਤੇ ਚਾਹੁੰਦੇ ਹਾਂ ਵੀ ਛੇਤੀ ਨਾਲ ਜੰਗ ਹੋਵੇ ਤੇ ਅਸੀਂ ਜੰਗ ਲੜੀਏ। ਸਾਡੇ ਹੱਥਾਂ ਵਿੱਚ ਬਹੁਤ ਜ਼ਿਆਦਾ ਖੁਰਕ ਹੁੰਦੀ ਪਈ ਹੈ, ਤੇ ਤੁਸੀਂ ਸਾਨੂੰ ਜੰਗ ਤੋਂ ਦੂਰ ਕਰਨਾ ਚਾਹੁੰਦੇ ਹੋ।
ਨਹੀਂ, ਸਾਡੇ ਜਾਣ ਨੂੰ ਬਿਲਕੁਲ ਮਨ ਨਹੀਂ ਹੈ। ਨ੍ਰਿਪ ਭੀਮ ਚੰਦ ਜਿਮ ਚਾਹੈ, ਅਸੀਂ ਤੇ ਚਾਹੁੰਦੇ ਹਾਂ ਵੀ ਭੀਮ ਚੰਦ ਜਿਵੇਂ ਸਾਡੇ ਨਾਲ ਦੋ ਦੋ ਹੱਥ ਕਰਨੇ ਚਾਹੁੰਦਾ ਨਾ, ਉਸੇ ਤਰ੍ਹਾਂ ਤਿਆਰ ਹੋ ਕੇ ਆਉਣਾ ਕਰੇ। ਪ੍ਰਭ ਆਇਸ ਤੇ ਤਿਮ ਪਾਹੈ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਨੂੰ ਤੇ ਅਕਾਲ ਪੁਰਖ ਦੀ ਆਗਿਆ ਹੈ, ਤੇ ਉਹਦੀ ਆਗਿਆ ਦੇ ਨਾਲ ਅਸੀਂ ਜਿਵੇਂ ਦੀ ਇਹ ਮਨਸ਼ਾ ਲੈ ਕੇ ਆਵੇਗਾ ਭੀਮ ਚੰਦ ਨੂੰ ਉਸੇ ਤਰ੍ਹਾਂ ਦਾ ਅੱਗੋਂ ਹੋ ਕੇ ਅਸੀਂ ਟਕਰਾਂਗੇ। ਦਿਖਰਾਵਹਿ ਕਰਬਟ ਜੁੱਧਾ, ਅਸੀਂ ਵੱਡਾ ਯੁੱਧ ਕਰਕੇ ਇਸ ਨੂੰ ਵਿਖਾਵਾਂਗੇ, ਵੱਡਾ ਜੰਗ ਕਰਕੇ ਵਿਖਾਵਾਂਗੇ ਵੀ ਜੰਗ ਕਿਵੇਂ ਕਰੀਦਾ, ਪਰ ਹੋਵੇਗਾ ਉਦੋਂ ਜਦੋਂ ਇਹ ਸਾਹਮਣੇ ਚੱਲ ਕੇ ਆਏਗਾ। ਤਬ ਲਾਹੋਇ ਸ਼ਾਂਤ ਨ ਕ੍ਰੋਧਾ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਫਿਰ ਇਸ ਨੂੰ ਦੱਸਾਂਗੇ ਵੀ ਸਾਡਾ ਸ਼ਾਂਤੀ ਰੂਪ ਕੀ ਹੈ ਤੇ ਸਾਡਾ ਵੀਰ ਰਸੀ ਰੂਪ ਕੀ ਹੈ। ਮਤ ਮੰਦ ਹਮੋ ਕਿਆ ਜਾਣੈ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਇਹ ਮੰਦੀ ਮਤ ਵਾਲਾ ਬਾਦਸ਼ਾਹ ਜਿਹੜਾ ਹੈ ਇਹ ਸਾਨੂੰ ਕੀ ਜਾਣਦਾ ਹੈ। ਰਣ ਕਰਜੇ ਚਮੂ ਨਹਾਨੈ, ਤੇ ਕਹਿਣ ਲੱਗੇ ਸਾਡੀ ਫੌਜ ਜਿਹੜੀ ਹੈ ਨਾ ਜੰਗ ਦੇ ਵਿੱਚ ਗੱਜੇਗੀ, ਅਤੇ ਕਦੇ ਵੀ ਸਾਡੀ ਫੌਜ ਜਿਹੜੀ ਹੈ ਜੰਗ ਮੈਦਾਨ ਤੋਂ ਪਿੱਛੇ ਨਹੀਂ ਹਟੇਗੀ। ਸੁਨ ਮਾਤ ਬਹੁਰ ਸਮਝਾਵੈ, ਸੋ ਕਹਿਣ ਲੱਗੇ ਜਦੋਂ ਸਤਿਗੁਰਾਂ ਨੇ ਆਖਿਆ ਨਾ ਵੀ ਨਹੀਂ ਜਾਣ ਦਾ ਕੋਈ ਇਰਾਦਾ ਨਹੀਂ, ਸਾਡਾ ਇਰਾਦਾ ਜੰਗ ਕਰਨ ਦਾ, ਫਿਰ ਮਾਤਾ ਗੁਜਰੀ ਜੀ ਬੋਲੇ, ਕਹਿਣ ਲੱਗੇ ਪੁੱਤਰ ਜੀ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਸਮਝਣਾ ਕਰੋ। ਗੁਰ ਘਰ ਕੋ ਰਿਪ ਦੁਖ ਪਾਵੈ, ਜਿਹੜਾ ਗੁਰੂ ਘਰ ਦਾ ਦੁਖੀ ਹੁੰਦਾ ਨਾ, ਦੁਸ਼ਮਣ ਬਣ ਕੇ ਆਉਂਦਾ, ਉਹ ਆਪਣੇ ਆਪ ਹੀ ਦੁਖੀ ਹੋ ਜਾਂਦਾ, ਕਿਉਂਕਿ ਗੁਰੂ ਘਰ ਨਿਰਵੈਰ ਹੈ ਨਾ। ਨਿਰਵੈਰ ਦੇ ਨਾਲ ਜਿਹੜਾ ਵੈਰ ਕਰੇਗਾ, ਜਿਹੜਾ ਗੁਰੂ ਘਰੇ ਆ ਕੇ ਵੀ ਮਨਸ਼ਾ ਮਾੜੀ ਰੱਖੇਗਾ, ਖੋਟ ਰੱਖੇਗਾ, ਫਿਰ ਉਹ ਸੁਖੀ ਤੇ ਨਹੀਂ ਨਾ ਹੋਵੇਗਾ, ਉਹ ਸੁਖ ਨਹੀਂ ਪਾ ਸਕਦਾ। ਐਟੋਮੈਟਿਕਲੀ ਆਪਣੇ ਆਪ ਹੀ ਉਹਨੂੰ ਕੋਈ ਨਾ ਕੋਈ ਦੁੱਖ ਵਿਪਤਾ ਕੋਈ ਚਿੰਤਾ ਚਿੰਬੜੀ ਜਾਣੀ ਹੈ। ਮਾਤਾ ਗੁਜਰੀ ਜੀ ਕਹਿਣ ਲੱਗੇ ਪੁੱਤਰ ਜੀ ਫਿਕਰ ਨਾ ਕਰੋ, ਜਿਹੜਾ ਨਿਰਵੈਰ ਗੁਰੂ ਘਰ ਨਾਲ ਵੈਰ ਕਰਦਾ ਹੈ ਉਹ ਆਪਣੇ ਆਪ ਦੁੱਖ ਵਿੱਚ ਪੈ ਜਾਂਦਾ ਹੈ। ਮਨ ਮਾਹੇ ਨ ਮਹਿਮਾ ਜਾਣੀ, ਇਸ ਕਰਕੇ ਇਹਨਾਂ ਦੁਸ਼ਟ ਲੋਕਾਂ ਨੇ ਤੁਹਾਡੀ ਮਹਿਮਾ, ਪਹਾੜੀ ਰਾਜਿਆਂ ਨੇ ਤੁਹਾਡੀ ਮਹਿਮਾ ਜਾਣੀ ਨਹੀਂ ਹੈ। ਸਤ ਭਾਗਹੀਨ ਮਤ ਹਾਨੀ, ਕਿਉਂਕਿ ਮੂਰਖ ਭਾਗਾਂ ਤੋਂ ਹੀਣੇ ਨੇ। ਜਿਹੜਾ ਬੰਦਾ ਹੋਇਆ ਹੀ ਮੂਰਖ ਦੇ ਨਾਲ ਕਦੇ ਮੂਰਖ ਨਹੀਂ ਹੋਈਦਾ। ਇਹ ਮੂਰਖ ਲੋਕ ਭਾਗਾਂ ਤੋਂ ਹੀਣੇ ਤੁਹਾਡੀ ਮਹਿਮਾ ਨੂੰ ਜਾਣਦੇ ਨਹੀਂ ਹਨ। ਸਿਰ ਧੁਨ ਪਾਛੇ ਪਛਤਾਵੈ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇਹ ਸਿਰ ਧੁਣ ਕੇ ਪਛਤਾਉਣਗੇ ਮਗਰੋਂ, ਜਦੋਂ ਵੇਲਾ ਹੱਥੋਂ ਨਿਕਲ ਗਿਆ। ਹੁਣ ਤੇ ਤੁਸੀਂ ਕੋਲ ਹੋ ਤੇ ਤੁਹਾਡੇ ਦਰਸ਼ਨ ਨਹੀਂ ਕਰਨਾ ਚਾਹੁੰਦੇ, ਤੁਹਾਡੇ ਨਾਲ ਵੈਰ ਕਰਦੇ, ਪਰ ਇੱਕ ਸਮਾਂ ਆਵੇਗਾ ਜਦੋਂ ਇਹਨਾਂ ਨੂੰ ਪਛਤਾਉਣਾ ਪਵੇਗਾ। ਸੁਖ ਪਾਏ ਜੇ ਸ਼ਰਨੀ ਆਵੇ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਉਹਨੂੰ ਤੇ ਮਿਲਦਾ ਸੁਖ, ਜਿਹੜਾ ਗੁਰੂ ਘਰ ਨਾਲ ਕਰਦਾ ਵੈਰ ਉਹ ਦੁਖੀ ਹੋ ਜਾਂਦਾ ਹੈ। ਜੇ ਰਣ ਤੇ ਟਰਿਓ ਪਹਾੜੀ, ਪਰ ਇੱਕ ਗੱਲ ਹੋਰ ਹੈ, ਜੇ ਇਹ ਪਹਾੜੀਆ ਰਾਜਾ ਜੰਗ ਤੋਂ ਟਲ ਗਿਆ, ਜੇ ਪਹਾੜੀ ਰਾਜਾ ਜੰਗ ਨਹੀਂ ਕਰਨਾ ਚਾਹੁੰਦਾ, ਜੰਗ ਤੋਂ ਟਲਦਾ ਹੈ, ਅਸਾ ਪਾਸਾ ਕਰਦਾ ਹੈ, ਹੁਣ ਤੁਮ ਕਿਉਂ ਚਾਹਤ ਰਾਰੀ, ਤੇ ਮਹਾਰਾਜ ਫਿਰ ਤੁਸੀਂ ਕਿਉਂ ਰਾਰ ਕਰਨਾ ਚਾਹੁੰਦੇ, ਤੁਸੀਂ ਕਿਉਂ ਝਗੜਾ ਕਰਨਾ ਚਾਹੁੰਦੇ। ਮਹਾਰਾਜ ਜੀ ਫਿਰ ਜੇ ਪਹਾੜੀਆ ਰਾਜਾ ਜੰਗ ਨਹੀਂ ਕਰਨਾ ਚਾਹੁੰਦਾ ਤੇ ਆਪ ਜੀ ਵੀ ਜੰਗ ਤੋਂ ਬਚਾਅ ਕਰੋ, ਤੁਸੀਂ ਵੀ ਜੰਗ ਵਾਲਾ ਪੱਖ ਛੱਡ ਦੇਣਾ ਕਰੋ। ਸ਼ਰਧਾਲੂ ਜੇ ਨਾਹਨ ਰਾਜਾ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਤਾ ਜੀ ਕਹਿੰਦੇ ਪਏ ਇੱਕ ਪਾਸੇ ਰਾਜਾ ਜੰਗ ਕਰਦਾ ਪਿਆ, ਤੁਹਾਡਾ ਧਿਆਨ ਇੱਧਰ ਹੈ, ਦੂਜੇ ਪਾਸੇ ਇੱਕ ਰਾਜਾ ਤੁਹਾਡਾ ਸ਼ਰਧਾਲੂ ਬਣਿਆ, ਉਹ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ। ਮਹਾਰਾਜ ਫਿਰ ਸ਼ਰਧਾਲੂ ਨੂੰ ਪਹਿਲ ਦਿਓ ਨਾ, ਜਿਹਦੀ ਸ਼ਰਧਾ ਹੈ ਉਹਦੀ ਸ਼ਰਧਾ ਦੀ ਭਾਵਨਾ ਪਹਿਲਾਂ ਪੂਰੀ ਕਰਨਾ ਹਰ ਕਰੋ। ਸੁੰਦਰ ਦੇਸ਼ ਬਿਰਾਜਾ, ਤੇ ਆਪਾਂ ਚੱਲੀਏ, ਸਾਨੂੰ ਪਤਾ ਲੱਗਾ ਵੀ ਨਾਹਨ ਦੇਸ਼ ਬੜਾ ਸੁੰਦਰ ਹੈ, ਐਸੇ ਸੋਹਣੇ ਦੇਸ਼ ਨੂੰ ਚੱਲ ਕੇ ਆਪਾਂ ਵੇਖਣਾ ਕਰੀਏ। ਉਤ ਪਰਖੋ ਪਹੁੰਚਨ ਹਾਰੋ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਹੀ ਚੱਲੀਏ ਆਪਾਂ ਸਾਰੇ ਜਾਣੇ, ਉੱਥੇ ਜਗ੍ਹਾ ਨੂੰ ਪਰਖੀਏ, ਦੇਖੀਏ ਤੇ ਕੁਝ ਸਮਾਂ ਉੱਥੇ ਰਹਿਣਾ ਕਰੀਏ। ਮਨ ਬਿਹਰੋ ਬਸੁਰ ਟਾਰੋ, ਅਤੇ ਫਿਰ ਆਪਾਂ ਉਸ ਜੰਗ ਦੇ ਵਿੱਚ ਵਿਚਰਾਂਗੇ ਤੇ ਕੁਝ ਦਿਨ ਲੰਘ ਜਾਣਗੇ। ਜਦੋਂ ਕੁਝ ਦਿਨ ਲੰਘ ਗਿਆ ਤੇ ਆਪੇ ਜੰਗ ਦਾ ਸਮਾਂ ਟਲ ਜਾਣਾ, ਆਪੇ ਗੱਲਾਂ ਪੁਰਾਣੀਆਂ ਭੁੱਲ ਜਾਂਦੀਆਂ ਹਨ। ਹੁਣ ਐਹੋ ਪੁਰੀ ਆਨੰਦਾ, ਤੇ ਜਦੋਂ ਕੁਝ ਸਾਲ ਲੰਘ ਜਾਣਗੇ ਨਾ, ਜਾਂ ਕੁਝ ਮਹੀਨੇ ਲੰਘ ਜਾਣਗੇ, ਤੇ ਫਿਰ ਆਪਾਂ ਦੁਬਾਰਾ ਫਿਰ ਅਨੰਦਪੁਰ ਸਾਹਿਬ ਆ ਜਾਵਾਂਗੇ। ਇੱਥੇ ਆ ਕੇ ਫਿਰ ਤੁਸੀਂ ਮਨ ਭਾਉਂਦੇ ਕੌਤਕ ਕਰਨੇ ਕਰਿਓ, ਰਹੀਏ ਨਿਦੇ ਆਨੰਦਾ, ਅਤੇ ਫਿਰ ਬੜਾ ਆਨੰਦ ਧਾਰ ਕੇ ਬੜੀ ਪ੍ਰਸੰਨਤਾ ਦੇ ਨਾਲ ਆਪ ਜੀ ਅਨੰਦਪੁਰ ਸਾਹਿਬ ਦੇ ਵਿੱਚ ਆ ਕੇ ਰਹਿਣਾ ਕਰੋ ਜੀ। ਕਾਰਨ ਕ੍ਰੋਧ ਨਿਵਾਰੋ, ਇਸ ਕਰਕੇ ਇਹ ਜੰਗ ਦਾ ਜਿਹੜਾ ਵੀਰ ਰਸੀ ਸੁਭਾਅ ਮਹਾਰਾਜ ਛੱਡ ਦਿਓ। ਧੰਨ ਮਾਤਾ ਸਾਹਿਬ ਮਾਤਾ ਗੁਜਰੀ ਜੀ ਕਹਿ ਰਹੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਕਹਿਣ ਲੱਗੇ ਪੁੱਤਰ ਜੀ ਇਹ ਜਿਹੜੀ ਜੰਗ ਦੀ ਵਿਚਾਰ ਤੁਸੀਂ ਬਣਾਈ ਬੈਠੇ ਹੋ ਨਾ, ਕੁਝ ਸਮੇਂ ਵਾਸਤੇ ਕਿਰਪਾ ਕਰਕੇ ਇਸ ਨੂੰ ਛੱਡ ਦੇਣਾ ਕਰੋ। ਨਾਹਣ ਪੰਥ ਪਧਾਰੋ, ਤੇ ਆਪਾਂ ਨਾਹਣ ਦਾ ਰਸਤਾ ਲਈਏ, ਨਾਹਣ ਦੇਸ਼ ਨੂੰ ਜਾਣਾ ਕਰੀਏ। ਸੋ ਇਸ ਕਰਕੇ
ਬੇਨਤੀ ਹੈ ਸੰਗਤ ਦੇ ਚਰਨਾਂ ਵਿੱਚ ਵੀ ਕਥਾ ਦੇ ਵਿੱਚ ਬੱਚੇ ਜਿਹੜੇ ਨੇ ਬਹੁਤ ਸ਼ੋਰ ਪਾਉਂਦੇ ਪਏ। ਸੋ ਜਿਹੜੇ ਵੀ ਪਰਿਵਾਰ ਦੇ ਮੈਂਬਰ ਨਾਲ ਆਏ ਨੇ ਉਹਨਾਂ ਨੂੰ ਬੇਨਤੀ ਹੈ ਕਿ ਬੱਚਿਆਂ ਨੂੰ ਚੁੱਪ ਕਰਾਉਣ ਦੀ ਕਿਰਪਾਲਤਾ ਕਰੋ। ਸੋ ਇਹ ਬੇਨਤੀ ਆਪ ਸੰਗਤ ਨੇ ਪ੍ਰਵਾਨ ਕਰਨੀ ਹੈ। ਰੇ ਭਾਗਿਓ ਗੈਲ ਨਾ ਗਹੀਏ। ਤੇ ਸਤਿਗੁਰੂ ਪਾਤਸ਼ਾਹ ਮਾਤਾ ਜੀ ਕਹਿਣ ਲੱਗੇ ਵੀ ਨਾਹਨ ਦੇਸ਼ ਚਲੀਏ। ਤੇ ਦੂਜੀ ਗੱਲ ਇਹ ਆ ਵੀ ਜਦੋਂ ਦੁਸ਼ਮਣ ਭੱਜ ਜਾਵੇ ਨਾ ਤੇ ਦੁਸ਼ਮਣ ਦਾ ਮਗਰ ਪਿੱਛਾ ਨਹੀਂ ਕਰਨਾ ਚਾਹੀਦਾ। ਜਦੋਂ ਜੰਗ ਦਾ ਮੈਦਾਨ ਛੱਡ ਕੇ ਭੱਜ ਹੀ ਗਿਆ ਤੇ ਫਿਰ ਉਹਦੇ ਮਗਰ ਕੀ ਲੱਗਣਾ। ਜਦੋਂ ਭੀਮ ਚੰਦ ਰਾਜਾ ਜੰਗ ਤੋਂ ਆਪੇ ਹੀ ਪਿੱਛੇ ਹਟ ਗਿਆ, ਇਹਦਾ ਮਤਲਬ ਹੀ ਡਰ ਗਿਆ ਉਹ। ਤੇ ਹੁਣ ਆਪਾਂ ਜਾ ਕੇ ਫਿਰ ਲਲਕਾਰੀਏ ਵੀ ਆ ਬਾਹਰ ਨਿਕਲ ਸਾਡੇ ਨਾਲ ਜੰਗ ਕਰ, ਤੇ ਇਹ ਗੱਲ ਠੀਕ ਨਹੀਂ। ਜੇ ਉਹ ਭੱਜ ਗਿਆ ਇਸ ਕਰਕੇ ਉਹਨੂੰ ਜਾਣ ਦੇਣਾ ਕਰੋ। ਰਣ ਕਰਨ ਨਾ ਹਿਤ ਸੋ ਚਾਹੀਏ। ਤੇ ਫਿਰ ਉਹਦੇ ਨਾਲ ਜੰਗ ਨਹੀਂ ਕਰਨਾ ਚਾਹੀਦਾ, ਇਹ ਗੱਲ ਠੀਕ ਨਹੀਂ ਹੈ। ਜੇ ਉਹ ਰਾਜਾ ਜੰਗ ਤੋਂ ਟਲਿਆ ਤੇ ਆਪਾਂ ਨੂੰ ਟਲਣਾ ਚਾਹੀਦਾ ਹੈ। ਜੇ ਧਾਰੈ ਬਹੁ ਹੰਕਾਰ। ਹਾਂ ਇਹ ਗੱਲ ਹੈ। ਜੇ ਆਉਣ ਵਾਲੇ ਸਮੇਂ ਵਿੱਚ ਭੀਮ ਚੰਦ ਹੰਕਾਰ ਕਰੇਗਾ ਜਾਂ ਜੰਗ ਕਰਨ ਦੀ ਇੱਛਾ ਰੱਖੇਗਾ, ਕੁਛ ਲਾਗੈ ਕਰਨ ਬਿਗਾਰ। ਤੇ ਆਪਣਾ ਕੁਝ ਵਿਗਾੜ ਕਰੇਗਾ। ਗੁਰੂ ਘਰ ਦੇ ਨਾਲ ਜੇ ਕੁਝ ਵਿਗਾੜ ਕਰਨਾ ਚਾਹਵੇ, ਹੰਕਾਰ ਦੇ ਨਾਲ ਜੇ ਜੰਗ ਕਰਨਾ ਚਾਹੁੰਦਾ ਹੈ, ਕਰੋ ਜਥਾ ਚਿਤ ਤੇ ਮਾਹੀ। ਮਹਾਰਾਜ ਫਿਰ ਅਸੀਂ ਰੋਕਦੇ ਨਹੀਂ। ਮਾਤਾ ਗੁਜਰੀ ਜੀ ਕਹਿਣ ਲੱਗੀ ਪੁੱਤਰ ਫਿਰ ਅਸੀਂ ਨਹੀਂ ਰੋਕਾਂਗੇ। ਅੱਜ ਅਸੀਂ ਇਹ ਗੱਲ ਕਹਿੰਦੇ ਆ ਵੀ ਰਾਜਾ ਜੰਗ ਤੋਂ ਟਲ ਕੇ ਪਿੱਛੇ ਹਟ ਗਿਆ ਤੇ ਆਪਾਂ ਨੂੰ ਉਹਦੇ ਤੇ ਹੁਣ ਉਹਦੇ ਮਗਰ ਨਹੀਂ ਪੈਣਾ ਚਾਹੀਦਾ। ਇੱਕ ਵਾਰੀ ਆਪਾਂ ਨੂੰ ਵੀ ਟਲ ਜਾਣਾ ਚਾਹੀਦਾ। ਤੇ ਜੇ ਆਉਣ ਵਾਲੇ ਸਮੇਂ 'ਚ ਉਹਨੂੰ ਹੰਕਾਰ ਹੋ ਜਾਵੇ, ਮਾਣ ਹੋ ਜਾਵੇ ਤੇ ਤੁਹਾਡੇ ਨਾਲ ਉਹ ਜੰਗ ਕਰਨ ਦੀ ਫਿਰ ਕੋਸ਼ਿਸ਼ ਕਰੇ, ਤੇ ਮਹਾਰਾਜ ਫਿਰ ਅਸੀਂ ਤੁਹਾਨੂੰ ਵੀ ਨਹੀਂ ਰੋਕਾਂਗੇ। ਫਿਰ ਜਿਵੇਂ ਤੁਹਾਨੂੰ ਚੰਗਾ ਲੱਗੇਗਾ ਉਵੇਂ ਤੁਸੀਂ ਕਰਿਓ। ਪਰ ਇੱਕ ਵਾਰੀ ਬੇਨਤੀ ਮੰਨ ਲਓ ਵੀ ਇਸ ਵਾਰੀ ਜੰਗ ਦਾ ਜਿਹੜਾ ਹੈ ਨਾ ਸੁਭਾਅ ਇੱਕ ਵਾਰੀ ਛੱਡ ਦਿਓ। ਜੇ ਰਾਜਾ ਪਿੱਛੇ ਹਟਿਆ ਤੇ ਆਪਾਂ ਨੂੰ ਵੀ ਇਹ ਕੰਮ ਨਹੀਂ ਕਰਨਾ ਚਾਹੀਦਾ ਹੈ। ਹਿਰਦੈ ਛਪੀ ਕੁਛ ਨਹੀਂ। ਤੇ ਸਤਿਗੁਰੂ ਪਾਤਸ਼ਾਹ ਜੀ ਉਹ ਤੁਹਾਡੇ ਹਿਰਦੇ ਵਿੱਚੋਂ ਕੋਈ ਗੱਲ ਲੁਕੀ ਜਾਂ ਛੁਪੀ ਨਹੀਂ ਹੈ। ਤੁਸੀਂ ਤੇ ਹਰੇਕ ਦੇ ਮਨ ਦੀ ਜਾਣਦੇ ਹੋ, ਹਰੇਕ ਦੇ ਗੱਲ ਮਨ ਦੀ ਸਮਝਦੇ ਹੋ। ਹਮ ਕਹਿਓ ਮਾਨੀਐ ਹੈ ਮੇਰਾ। ਇਸ ਕਰਕੇ ਪੁੱਤਰ ਜੀ ਮੇਰਾ ਕਹਿਣਾ ਜਿਹੜਾ ਨਾ ਜ਼ਰੂਰ ਮੰਨੋ। ਮਾਤਾ ਗੁਜਰੀ ਜੀ ਕਹਿ ਰਹੇ ਵੀ ਆਪਾਂ ਅਨੰਦਪੁਰ ਸਾਹਿਬ ਨੂੰ ਛੱਡ ਕੇ ਨਾਹਨ ਦੇਸ਼ ਨੂੰ ਚੱਲੀਏ। ਜਿੱਥੇ ਅੱਜ ਪੌਂਟਾ ਸਾਹਿਬ ਹੈ ਨਾ, ਪੌਂਟਾ ਸਾਹਿਬ ਦਾ ਨਾਮ ਵੀ ਪੌਂਟਾ ਤਾਂ ਪਿਆ ਪਾਉ ਟਿਕਾ। ਇੱਥੇ ਮਹਾਰਾਜ ਨੇ ਆਪਣਾ ਪਾਉ ਟਿਕਾਇਆ, ਚਰਨ ਟਿਕਾਇਆ, ਤੇ ਪਾਉ ਟਿਕਾਉਣ ਵਾਲੀ ਜਗ੍ਹਾ ਨੂੰ ਕਿਹਾ ਗਿਆ ਪੌਂਟਾ। ਜਿੱਥੇ ਪੌਂਟਾ ਭਾਵ ਕੇ ਪਾਉ ਟਿਕਿਆ ਮਹਾਰਾਜ ਦਾ। ਤੇ ਪੌਂਟਾ ਸਾਹਿਬ ਤੇ ਹਾਲੇ ਪ੍ਰਗਟ ਹੋਣਾ, ਕਿਉਂਕਿ ਮਹਾਰਾਜ ਜਾਣਗੇ ਤੇ ਤਾਂ ਹੋਣਾ ਨਾ। ਪਰ ਅਜੇ ਤੇ ਮਹਾਰਾਜ ਜਾਣ ਵਾਸਤੇ ਨਾ ਕਰਦੇ ਪਏ। ਪਰ ਮਾਤਾ ਗੁਜਰੀ ਜੀ ਕਹਿਣ ਲੱਗੇ ਵੀ ਨਹੀਂ ਇੱਕ ਵਾਰੀ ਆਪਾਂ ਨਾਹਨ ਦੇਸ਼ ਚੱਲੀਏ ਤੇ ਉਹ ਸਾਰੇ ਇਲਾਕੇ ਨੂੰ ਜਾ ਕੇ ਵੇਖਣਾ ਕਰੀਏ। ਮੈਂ ਕੀਜੈ ਆਪ ਬਖੇਰਾ। ਇਸ ਕਰਕੇ ਪੁੱਤਰ ਜੀ ਬਖੇਰਾ ਨਾ ਕਰੋ, ਝਗੜਾ ਨਾ ਕਰੋ। ਰਾਜੇ ਟਲ ਗਏ ਨੇ, ਪਿੱਛੇ ਹਟ ਗਏ ਨੇ, ਚੰਗੀ ਗੱਲ ਹੈ। ਚਲੋ ਆਪਾਂ ਨਾਹਨ ਦੇਸ਼ ਦੇਖਣਾ ਕਰੀਏ। ਜੇ ਪ੍ਰਥਮ ਭਏ ਅਵਤਾਰਾ। ਸਤਿਗੁਰੂ ਪਾਤਸ਼ਾਹ ਜੀ ਜਿੰਨੇ ਪਹਿਲਾਂ ਅਵਤਾਰ ਹੋਏ, ਜਦੋਂ ਮਾਤਾ ਜੀ ਨੇ ਵੇਖਿਆ ਨਾ ਵੀ ਸਤਿਗੁਰੂ ਮੰਨਦੇ ਨਹੀਂ ਪਏ, ਵਾਰ-ਵਾਰ ਜੰਗ ਦੀ ਗੱਲ ਕਰਦੇ, ਤੇ ਮਾਤਾ ਗੁਜਰੀ ਜੀ ਫਿਰ ਕਹਿਣ ਲੱਗੇ ਪੁੱਤਰ ਇੱਕ ਗੱਲ ਹੋਰ ਹੈ। ਜਿੰਨੇ ਪਹਿਲਾਂ ਅਵਤਾਰ ਹੋਏ ਦੁਨੀਆ ਦੇ ਵਿੱਚ ਉਹਨਾਂ ਦੇ ਬਾਰੇ ਅਸੀਂ ਤੁਹਾਨੂੰ ਦੱਸਦੇ ਹਾਂ। ਤਿਨ ਹੋਣਾ ਮਾਤ ਬਚ ਟਾਰਾ। ਉਹਨਾਂ ਕਿਸੇ ਨੇ ਵੀ ਆਪਣੀ ਮਾਂ ਦਾ ਬਚਨ ਨਹੀਂ ਟਾਲਿਆ। ਭਾਵੇਂ ਭਗਵਾਨ ਰਾਮ ਜੀ ਹੋਏ ਤੇ ਭਾਵੇਂ ਕ੍ਰਿਸ਼ਨ ਜੀ ਹੋਏ ਤੇ ਭਾਵੇਂ ਕੋਈ ਹੋਰ ਹੋਏ, ਜਿੰਨੇ ਵੀ ਦੁਨੀਆ ਦੇ ਅਵਤਾਰ ਹੋਏ ਉਹ ਆਪਣੀ ਮਾਤਾ ਦੀ ਗੱਲ ਸਾਰੇ ਹੀ ਮੰਨਦੇ ਸਨ। ਤੇ ਮਹਾਰਾਜ ਮੈਂ ਵੀ ਤੇ ਤੁਹਾਡੀ ਮਾਤਾ ਹੀ ਹਨ, ਤੇ ਮੇਰਾ ਬਚਨ ਆਪ ਜੀ ਕਿਉਂ ਨਹੀਂ ਮੰਨਦੇ? ਮੇਰੀ ਗੱਲ ਮੰਨੋ। ਇਸ ਵਾਰੀ ਜੰਗ ਦਾ ਖਿਆਲ ਛੱਡ ਦਿਓ। ਚਲੋ ਆਪਾਂ ਨਾਹਨ ਦੇਸ਼ ਨੂੰ ਦੇਖਣਾ ਕਰੀਏ। ਸ੍ਰੀ ਰਾਮਚੰਦ ਭਗਵਾਨ। ਭਗਵਾਨ ਰਾਮਚੰਦ ਜੀ ਹੋਏ ਸੰਸਾਰ ਦੇ ਵਿੱਚ ਜਗ ਬਿਦਤ ਕ੍ਰਿਸ਼ਨ ਜਿਮ ਠਾਨਾ। ਤੇ ਇਸੇ ਤਰ੍ਹਾਂ ਸੰਸਾਰ ਵਿੱਚ ਭਗਵਾਨ ਕ੍ਰਿਸ਼ਨ ਜੀ ਮਸ਼ਹੂਰ ਹੋਏ ਨੇ, ਸਾਰੇ ਉਹਨਾਂ ਨੂੰ ਜਾਣਦੇ ਹਨ। ਤੇ ਅਬ ਕੇ ਮਮ ਬਚ ਮਾਨੋ। ਇਸ ਕਰਕੇ ਮਹਾਰਾਜ ਮੇਰਾ ਵੀ ਬਚਨ ਮੰਨੋ। ਜਿਵੇਂ ਪਹਿਲੇ ਅਵਤਾਰ ਆਪਣੇ ਮਾਤਾ ਪਿਤਾ ਦੇ ਬਚਨ ਮੰਨਦੇ ਰਹੇ, ਜਿਵੇਂ ਭਗਵਾਨ ਰਾਮ ਜੀਆਂ ਨੂੰ ਆਖਿਆ ਸੀ ਦਸ਼ਰਥ ਰਾਜੇ ਨੇ ਔਰ ਕੇਕਈ ਰਾਣੀ ਨੇ ਵੀ ਇਹ ਛੱਡ ਕੇ ਚਲੇ ਜਾਣ ਅਯੁੱਧਿਆ ਦਾ ਸ਼ਹਿਰ ਤੇ ਜੰਗਲ ਵਿੱਚ 14 ਸਾਲ ਰਹਿਣ, ਤੇ ਉਹ ਮੰਨ ਲਿਆ ਬਚਨ। ਉਹਨਾਂ ਨੇ ਕਹਿਣ ਲੱਗੇ ਠੀਕ ਹੈ, ਜੇ ਆਖਦੇ ਤੇ ਅਸੀਂ ਜੰਗਲ ਵਿੱਚ ਜਾਣ ਨੂੰ ਤਿਆਰ ਹਾਂ। 14 ਸਾਲ ਦਾ ਬਨਵਾਸ ਮੰਨ ਲਿਆ। ਕਹਿਣ ਲੱਗੇ ਜਿਵੇਂ ਉਹਨਾਂ ਅਵਤਾਰਾਂ ਨੇ ਆਪਣੇ ਮਾਤਾ ਪਿਤਾ ਦੀ ਗੱਲ ਮੰਨੀ ਹੈ, ਸਤਿਗੁਰੂ ਤੁਸੀਂ ਵੀ ਸਾਡਾ ਬਚਨ ਮੰਨੋ ਤੇ ਜੰਗ ਨੂੰ ਇੱਕ ਵਾਰੀ ਤਿਆਗ ਦੇਣਾ ਕਰੋ। ਕਰ ਕੋਪ ਸ਼ਾਂਤ ਪ੍ਰਸਤਾਨੋ। ਤੇ ਸਤਿਗੁਰੂ ਪਾਤਸ਼ਾਹ ਜੀ ਉਹ ਗੁੱਸਾ ਛੱਡ ਦਿਓ ਤੇ ਸ਼ਾਂਤ ਹੋ ਕੇ ਨਾ ਚੱਲੀਏ ਆਪਾਂ ਅਨੰਦਪੁਰ ਸਾਹਿਬ ਤੋਂ ਇੱਥੋਂ ਇੱਕ ਵਾਰੀ। ਸੋ ਦੇਸ਼ ਕਿਰਤਾਰਥ ਕੀਜੈ। ਤੇ ਉਹ ਜਿਹੜਾ ਦੇਸ਼ ਹੈ ਨਾ ਜਾ ਕੇ
ਜਿੱਥੇ ਰਾਜਾ ਸਾਦਾ ਪਿਆ, ਮੇਦਨੀ ਪ੍ਰਕਾਸ਼ ਰਾਜੇ ਦਾ ਨਾਮ ਹੈ, ਮੇਦਨੀ ਪ੍ਰਕਾਸ਼, ਤੇ ਨਾਹਨ ਇਸ ਦੀ ਰਾਜਧਾਨੀ ਹੈ। ਮਹਾਰਾਜ ਚੱਲ ਕੇ ਇੱਕ ਵਾਰੀ ਉਹਨੂੰ ਦੇਖਣਾ ਕਰੀਏ। ਸਿੱਖ ਆਪਣੇ ਤਿਸ ਦਿਸ਼ ਥੀਜੈ। ਤੇ ਉੱਥੇ ਜਾ ਕੇ ਆਪਣੇ ਸਿੱਖ ਬਣਾਓ, ਕਿਉਂਕਿ ਜਿੱਥੇ ਤੁਸੀਂ ਬੈਠੋਗੇ ਆਪਣੇ ਆਪ ਸਿੱਖਾਂ ਨੇ ਤੇ ਉੱਥੇ ਗਿਣਤੀ ਬਾਣੀ ਜਾਣੀ ਹੈ ਨਾ। ਗੁਰੂ ਨਾਨਕ ਦੇ ਘਰ ਦੀ ਸਿੱਖੀ ਨੂੰ ਵਧਾਓ, ਉੱਥੇ ਜਾ ਕੇ ਪ੍ਰਚਾਰ ਕਰੀਏ ਤੇ ਉੱਥੇ ਇੱਕ ਵਾਰੀ ਜਾਣਾ ਕਰੀਏ। ਸੁਨਮਾਤ ਬਾਕ ਗੁਰ ਭਾਖਾ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੁਣੇ ਮਾਤਾ ਜੀ ਦੇ ਬਚਨ, ਤੇ ਮਹਾਰਾਜ ਸੁਣ ਕੇ ਬਚਨ ਫਿਰ ਅੱਗੋਂ ਕਹਿਣ ਲੱਗੇ ਹਨ। ਤੁਮ ਕਹਿਓ ਨ ਮੋਹਿ ਅਵਨਾਖਾ। ਮਹਾਰਾਜ ਕਹਿਣ ਲੱਗੇ ਮਾਤਾ ਜੀ ਗੱਲ ਇਹ ਆ ਵੀ ਤੁਹਾਡਾ ਕਿਹਾ ਬਚਨ ਸਾਡੇ ਤੋਂ ਹੁਣ ਮੋੜਿਆ ਨਹੀਂ ਜਾਂਦਾ। ਜਦੋਂ ਮਾਤਾ ਗੁਜਰੀ ਜੀਆਂ ਨੇ ਵਾਰ-ਵਾਰ ਕਿਹਾ ਨਾ ਵੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਤੇ ਪੌਂਟਾ ਸਾਹਿਬ ਨੂੰ ਚੱਲੀਏ। ਪੌਂਟਾ ਸਾਹਿਬ ਆਪਾਂ ਤਾਂ ਕਹਿ ਰਹੇ ਹਾਂ ਕਿਉਂਕਿ ਸਾਨੂੰ ਅੱਜ ਪੌਂਟਾ ਸਾਹਿਬ ਦਾ ਪਤਾ ਵੀ ਉਹ ਕਿੱਥੇ ਹੈ, ਪਰ ਉਸ ਵੇਲੇ ਨਹੀਂ ਹਾਲੇ ਪੌਂਟਾ ਸਾਹਿਬ ਬਣਿਆ, ਉੱਥੇ ਤੇ ਅਜੇ ਜਗ੍ਹਾ ਹੀ ਹੈ। ਮਹਾਰਾਜ ਨੇ ਜਾ ਕੇ ਪੌਂਟਾ ਸਾਹਿਬ ਬਣਾਉਣਾ, ਪਰ ਆਪਾਂ ਇਹ ਨਾਮ ਤਾਂ ਵਰਤਦੇ ਪਏ ਤਾਂ ਕਿ ਸਾਨੂੰ ਸਮਝ ਪੈ ਜਾਵੇ ਵੀ ਮਹਾਰਾਜ ਕਿੱਧਰ ਨੂੰ ਚੱਲੇ ਨੇ। ਮਾਤਾ ਜੀ ਕਹਿ ਰਹੇ ਵੀ ਇੱਕ ਵਾਰੀ ਅਨੰਦਪੁਰ ਸਾਹਿਬ ਛੱਡ ਕੇ ਤੇ ਨਾਹਨ ਨੂੰ ਚੱਲੀਏ, ਉਹ ਜਗ੍ਹਾ ਵੇਖੀਏ ਪੌਂਟਾ ਸਾਹਿਬ ਜਿੱਥੇ ਅੱਜ ਹੈ। ਤੇ ਜਦੋਂ ਇਹ ਗੱਲ ਕਹੀ ਨਾ ਤੇ ਸਤਿਗੁਰੂ ਕਹਿਣ ਲੱਗੇ ਮਾਤਾ ਜੀ ਵੀ ਗੱਲ ਇਹ ਆ ਵੀ ਤੁਹਾਡਾ ਬਚਨ ਅਸੀਂ ਮੋੜ ਨਹੀਂ ਸਕਦੇ, ਨਾ ਚਾਹੁੰਦੇ ਆ ਬਚਨ ਮੰਨਣਾ ਪੈਣਾ, ਔਰ ਮੰਨਾਂਗੇ ਬਚਨ ਅਸੀਂ ਜ਼ਰੂਰ, ਤੁਹਾਡਾ ਬਚਨ ਅਸੀਂ ਮੋੜਦੇ ਨਹੀਂ ਹਾਂ। ਮੋਹਿ ਭੇਜਿਓ ਪੁਰਖ ਅਕਾਲਾ। ਪਰ ਮਾਤਾ ਜੀ ਗੱਲ ਇਹ ਆ ਵੀ ਸਾਨੂੰ ਡਿਊਟੀ ਵੀ ਸਾਡੀ ਪਰਮੇਸ਼ਰ ਨੇ ਲਾਈ ਹੈ ਨਾ। ਇੱਕ ਪਾਸੇ ਤੇ ਮਾਂ ਇਹ ਗੱਲ ਕਹਿ ਰਹੀ ਹੈ ਵੀ ਜੰਗ ਦਾ ਖਿਆਲ ਛੱਡ ਕੇ ਤੇ ਪੌਂਟਾ ਸਾਹਿਬ ਨੂੰ ਚੱਲੀਏ, ਤੇ ਸਤਿਗੁਰੂ ਕਹਿਣ ਲੱਗੇ ਮਾਤਾ ਜੀ ਬਚਨ ਤੁਹਾਡਾ ਮੰਨਣਾ ਵੀ ਜ਼ਰੂਰੀ ਹੈ, ਪਰ ਗੱਲ ਇਹ ਆ ਵੀ ਸਾਨੂੰ ਵੀ ਅਕਾਲ ਪੁਰਖ ਦਾ ਹੁਕਮ ਹੈ। ਸਾਡਾ ਅਵਤਾਰ ਹੋਣ ਤੋਂ ਪਹਿਲਾਂ ਪਰਮੇਸ਼ਰ ਨੇ ਸਾਨੂੰ ਇਹ ਹੁਕਮ ਕੀਤਾ ਹੋਇਆ ਹੈ। ਕਰਵੇ ਹੇਤ ਕਰਾਲਾ। ਕੀ ਹੁਕਮ ਕੀਤਾ? ਅਕਾਲ ਪੁਰਖ ਨੇ ਆਖਿਆ ਸੀ ਕਿ ਤੁਸੀਂ ਜਾ ਕੇ ਬੜੇ ਭਿਆਨਕ ਜੰਗ ਕਰਨੇ ਨੇ। ਸਾਨੂੰ ਅਕਾਲ ਪੁਰਖ ਨੇ ਕਹਿ ਕੇ ਭੇਜਿਆ ਵੀ ਅਸੀਂ ਜੰਗ ਕਰਨੇ। ਹੁਣ ਅਕਾਲ ਪੁਰਖ ਦਾ ਵੀ ਤੇ ਬਚਨ ਮੰਨਣਾ ਹੈ ਨਾ ਮਾਤਾ ਜੀ, ਤੇ ਤੁਹਾਡਾ ਵੀ ਮੰਨਣਾ। ਚਲੋ ਇਸ ਵਾਰੀ ਤੁਹਾਡਾ ਬਚਨ ਮੰਨਦੇ ਹਾਂ। ਗਨ ਦੁਸ਼ਟਨ ਕੇ ਤਨ ਖੰਡਾਓ। ਅਸੀਂ ਆਪਣੇ ਸ਼ਸਤਰਾਂ ਦੇ ਨਾਲ ਜਿਹੜੇ ਵੈਰੀ ਨੇ, ਦੁਖੀ ਨੇ, ਦੁਸ਼ਟ ਨੇ, ਗਰੀਬ ਗੁਰਬੇ ਨੂੰ ਦੁੱਖ ਦੇਣ ਵਾਲੇ ਨੇ, ਉਹਨਾਂ ਦੇ ਸਰੀਰਾਂ ਦੇ ਟੁਕੜੇ ਕਰਨ ਵਾਸਤੇ ਅਸੀਂ ਦੁਨੀਆ ਤੇ ਆਏ ਹਾਂ। ਸ਼ਿਤ ਸ਼ੀਨ ਜ਼ੋਰ ਤੇ ਦੰਡਾਓ। ਇਹਨਾਂ ਦੇ ਕੋਲੋਂ ਧਰਤੀ ਖੋਣੀ ਹੈ, ਜਿਸ ਧਰਤੀ ਦਾ ਰਾਜ ਲੈ ਕੇ ਅੱਜ ਇਹ ਮਾਣ ਕਰਦੇ ਪਏ ਨੇ, ਇਸ ਧਰਤੀ ਦਾ ਰਾਜ ਇਹਨਾਂ ਕੋਲੋਂ ਖੋਹ ਕੇ ਤੇ ਮਹਾਰਾਜ ਕਹਿਣ ਲੱਗੇ ਇਹਨਾਂ ਨੂੰ ਦੰਡ ਦੇਣਾ। ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ। ਧਰਤੀ ਤੇ ਰੱਬ ਨੇ ਬਣਾਈ ਹੈ ਸਾਧੂਆਂ ਵਾਸਤੇ ਵੀ ਭਜਨ ਬੰਦਗੀ ਕਰਿਆ ਕਰਨ, ਤਾਂ ਧਰਤੀ ਬਣਾਈ ਹੈ ਵੀ ਸਾਧੂ ਬੈਠ ਕੇ ਇੱਥੇ ਬੰਦਗੀ ਕਰਨ, ਭਜਨ ਕਰਨ, ਰੱਬ ਦਾ ਨਾਮ ਲੈਣ। ਪਰ ਜਿਹੜੇ ਭਜਨ ਬੰਦਗੀ ਵਾਲੇ ਸਨ ਲੋਕਾਂ ਨੇ ਚੁੱਕ ਕੇ ਜੰਗਲਾਂ ਵਿੱਚ ਛੱਡ ਦਿੱਤੇ ਤੇ ਧਰਤੀ ਦਾ ਕਬਜ਼ਾ ਕਰ ਲਿਆ ਚੋਰਾਂ ਨੇ। ਕੋਈ ਮੰਤਰੀ ਬਣ ਗਿਆ, ਕੋਈ ਸੰਤਰੀ ਬਣ ਗਿਆ, ਕੋਈ ਆਖਦਾ ਵੀ ਮੈਂ ਇਸ ਇਲਾਕੇ ਦਾ ਮਾਲਕ ਹਾਂ, ਕੋਈ ਆਖਦਾ ਮੈਂ ਅਫਸਰ ਹਾਂ, ਹੈ ਤੇ ਚੋਰ ਹੀ। ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ, ਧਰਤੀ ਭਾਰ ਨਾ ਵਿਆਪਈ ਉਨਕੋ ਲਾਹੂ ਲਾਹੇ। ਕਬੀਰ ਧਰਤੀ ਸਾਧ ਕੀ, ਧਰਤੀ ਸਾਧੂਆਂ ਵਾਸਤੇ ਹੈ। ਤਸਕਰ ਬੈਸੇ ਗਾਹੇ, ਤਸਕਰ ਨਾਮ ਚੋਰ ਦਾ। ਚੋਰਾਂ ਨੇ ਧਰਤੀ ਤੇ ਕਬਜ਼ਾ ਕਰਕੇ ਤੇ ਧਰਤੀ ਤੇ ਗਾਹ ਪਾ ਛੱਡਿਆ। ਤੇ ਅੱਜ ਹੁੰਦਾ ਪਿਆ ਨਾ ਇਸੇ ਤਰ੍ਹਾਂ ਲੁੱਟਿਆ ਜਾ ਰਿਹਾ ਹਰੇਕ ਪਾਸਿਓਂ ਦੇਸ਼ ਨੂੰ, ਸੰਸਾਰ ਨੂੰ, ਮਨੁੱਖ ਨੂੰ। ਧਰਤੀ ਤੇ ਬਣਾਈ ਹੈ ਬੰਦਗੀ ਭਜਨ ਵਾਸਤੇ, ਪਰ ਚੋਰਾਂ ਨੇ ਆਪਣਾ ਕਬਜ਼ਾ ਜਮਾ ਲਿਆ। ਤੇ ਸਤਿਗੁਰੂ ਇੱਥੇ ਕਹਿ ਰਹੇ, ਕਹਿਣ ਲੱਗੇ ਵੀ ਇਹਨਾਂ ਦੁਸ਼ਟਾਂ ਦੇ ਕੋਲੋਂ ਧਰਤੀ ਖੋਹ ਕੇ ਨਾ ਇਹਨਾਂ ਨੂੰ ਦੇਵਾਂਗੇ ਸਜ਼ਾ। ਤੇ ਜਿਹੜੇ ਸਾਧੂ ਨੇ ਵਿਚਾਰੇ ਜੰਗਲਾਂ ਵਿੱਚ ਬੈਠੇ, ਉਹਨਾਂ ਨੂੰ ਅਸੀਂ ਆਨੰਦ ਦੇਣ ਵਾਸਤੇ ਦੁਨੀਆ ਤੇ ਆਏ ਹਾਂ। ਨਹਿ ਸਾਧ ਬਨੇ ਕੋ ਜਾਣੇ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਇੰਨੇ ਹੰਕਾਰੀ ਹੋ ਗਏ ਨੇ ਵੀ ਸਾਧੂ ਨੂੰ ਸਾਧੂ ਜਾਣਦੇ ਹੀ ਨਹੀਂ। ਜਿਹੜਾ ਸਾਧੂ ਬਣ ਗਿਆ ਚਾਹੀਦੀ ਤੇ ਉਹਨੂੰ ਨਮਸਕਾਰ ਕਰਨੀ ਹੈ ਨਾ ਵੀ ਇਹ ਸਾਧੂ ਹੈ, ਬਾਣੀ ਪੜ੍ਹਦਾ, ਨਾਮ ਜਪਦਾ, ਪਰ ਸਾਧੂ ਨੂੰ ਸਾਧੂ ਕੋਈ ਨਹੀਂ ਜਾਣਦਾ। ਸਾਧੂ ਨੂੰ ਤੇ ਮਾਤੜ ਸਮਝਿਆ ਜਾਂਦਾ, ਮਾੜਾ ਸਮਝਿਆ ਜਾਂਦਾ, ਦਬਾਇਆ ਜਾਂਦਾ, ਤੇ ਜਿਹਦੇ ਕੋਲ ਡੰਡਾ ਸੋਟਾ ਕਾਇਮ ਹੈ ਉਹਨੂੰ ਨਮਸਕਾਰ ਕੀਤੀ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਧੂ ਨੂੰ ਨਮਸਕਾਰ ਕਰਨੀ ਸੀ, ਸਾਧੂ ਨੂੰ ਦਬਾਉਂਦੇ ਪਏ ਨੇ। ਧਰਤੀ ਸਾਧੂਆਂ ਵਾਸਤੇ ਬਣਾਈ ਹੈ, ਉਹਦੇ ਤੇ ਕਬਜ਼ਾ ਕਰਕੇ ਬੈਠ ਗਿਆ ਦੁਨੀਆ ਦੇ ਲੋਕ। ਇਹੋ ਜਿਹਿਆਂ ਨੂੰ ਅਸੀਂ ਸਜ਼ਾ ਦੇਣ ਵਾਸਤੇ ਆਏ ਹਾਂ। ਪੁਰਸ਼ਾਰਥ ਕੋ ਜਗ ਮਾਨੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਸੀਂ ਸੰਸਾਰ ਨੂੰ ਪੁਰਸ਼ਾਰਥ ਦੇਣ ਆਏ ਹਾਂ, ਸੰਸਾਰ ਨੂੰ ਸ਼ਾਂਤੀ ਦੇਣ ਆਏ ਹਾਂ, ਦੁਸ਼ਟਾਂ ਨੂੰ ਸਜ਼ਾ ਦੇਣ ਵਾਸਤੇ।
ਇਸ ਕਰਕੇ ਸਾਡਾ ਇਹ ਜਨਮ ਸੰਸਾਰ ਵਿੱਚ ਹੋਇਆ ਹੈ। ਸ਼ਤਰੂ ਤੇ ਧਰ ਤਰਾਸਾ। ਅਸੀਂ ਦੁਸ਼ਮਣ ਨੂੰ ਇੰਨਾ ਡਰ ਦੇ ਕੇ ਜਾਵਾਂਗੇ ਇਸ ਜਨਮ ਦੇ ਵਿੱਚ, ਇਹੋ ਜਿਹਾ ਪੰਥ ਪੈਦਾ ਕਰਾਂਗੇ ਵੀ ਸਾਡਾ ਨਾਂ ਸੁਣ ਕੇ ਹਮੇਸ਼ਾ ਦੁਸ਼ਮਣ ਡਰਦਾ ਹੀ ਰਹੇਗਾ। ਐਸਾ ਅਸੀਂ ਬਾਲਾ ਆਪਣੇ ਖਾਲਸੇ ਨੂੰ ਬਖਸ਼ਾਂਗੇ। ਤਾਂ ਹੋਏ ਹੈ ਕਿਤ ਮਮ ਵਾਸਾ। ਤੇ ਫਿਰ ਸਾਡਾ ਕਿਤੇ ਬਾਸਾ ਹੋਵੇਗਾ, ਫਿਰ ਅਸੀਂ ਕਿਤੇ ਟਿਕਾਂਗੇ। ਉਹਨਾਂ ਚਿਰ ਨਾ ਅਸੀਂ ਟਿਕਣਾ ਤੇ ਨਾ ਕਿਸੇ ਨੂੰ ਟਿਕਣ ਦੇਣਾ। ਅਜੇ ਜੰਗ ਸ਼ੁਰੂ ਨਹੀਂ ਹੋਇਆ ਤੇ ਧੰਨ ਦਸਵੇਂ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀ ਨਾ ਤੇ ਅਸੀਂ ਆਪ ਟਿਕ ਕੇ ਬੈਠਣਾ ਤੇ ਨਾ ਅਸੀਂ ਕਿਸੇ ਨੂੰ ਟਿਕ ਕੇ ਬਹਿਣ ਦੇਣਾ, ਉਹਨਾਂ ਚਿਰ ਜਿੰਨਾ ਚਿਰ ਦੁਸ਼ਟਾਂ ਦਾ ਨਾਸ ਨਹੀਂ ਹੋ ਜਾਂਦਾ ਹੈ। ਸਭ ਚਾਹ ਹੈ ਮੋਹਿ ਦਵਾਇਓ। ਇਹ ਜਿੰਨੇ ਪਹਾੜੀਏ ਰਾਜੇ ਨੇ ਮਾਤਾ ਜੀ ਸਾਨੂੰ ਦਬਾਉਣਾ ਚਾਹੁੰਦੇ ਵੀ ਗੁਰੂ ਗੋਬਿੰਦ ਸਿੰਘ ਨੂੰ ਦਬਾ ਲਓ ਆਪਣੇ ਥੱਲੇ, ਇਹਨਾਂ ਨੂੰ ਆਪਣੇ ਕਹਿਣੇ ਵਿੱਚ ਲੈ ਕੇ ਆਓ। ਜਿੰਨੇ ਪਹਾੜੀਏ ਨੇ ਸਮੇਤ ਔਰੰਗਜ਼ੇਬ ਦੇ ਸਾਨੂੰ ਦਬਾਉਣਾ ਚਾਹੁੰਦੇ ਹਨ। ਮੈਂ ਬਸਨ ਦੇ ਕਿਤ ਥਾਇਓ। ਤੇ ਮਾਤਾ ਜੀ ਗੱਲ ਇੱਕ ਹੋਰ ਜੇ, ਆਨੰਦਪੁਰ ਸਾਹਿਬ ਛੱਡ ਦਿਓ। ਆਨੰਦਪੁਰ ਸਾਹਿਬ ਛੱਡ ਕੇ ਜਿੱਥੇ ਮਰਜ਼ੀ ਚਲੇ ਜਾਓ, ਵਸਣ ਇਹਨਾਂ ਨੇ ਕਿਤੇ ਵੀ ਨਹੀਂ ਦੇਣਾ। ਜੇ ਆਪਾਂ ਆਨੰਦਪੁਰ ਸਾਹਿਬ ਨਹੀਂ ਨਾ ਵਸ ਸਕਦੇ, ਇੱਥੇ ਯੁਰਤ ਨਾਲ ਰਹਿ ਨਹੀਂ ਸਕਦੇ, ਤੇ ਫਿਰ ਜਿੱਥੇ ਮਰਜ਼ੀ ਚਲੇ ਜਾਓ, ਸਾਰੇ ਇਹਨਾਂ ਵਰਗੇ ਹੀ ਉੱਥੇ ਚੋਰ ਇਕੱਠੇ ਕੀਤੇ ਨੇ। ਜਿੱਥੇ ਵੀ ਜਾਵਾਂਗੇ ਦੁਨੀਆ ਨੇ ਉੱਥੇ ਹੀ ਦੁੱਖ ਦੇ ਛੱਡਣਾ। ਇਸ ਕਰਕੇ ਰਹਿਣਾ ਤੇ ਆਪਣੀ ਹਿੰਮਤ ਤੇ ਪਵੇਗਾ। ਸੁਤ ਛਤਰੀ ਕੋਰਣ ਧਰਮਾ। ਕਿਉਂਕਿ ਜਿਹੜਾ ਛਤਰੀ ਦਾ ਪੁੱਤਰ ਹੁੰਦਾ ਨਾ, ਉਹਦਾ ਕੰਮ ਹੀ ਜੰਗ ਕਰਨਾ ਹੈ। ਛਤਰੀ ਦੇ ਪੁੱਤਰ ਦਾ ਧਰਮ ਹੀ ਜੰਗ ਕਰਨਾ। ਛਤਰੀ ਕੋ ਪੂਤ ਹੋ ਬਾਹਮਣ ਕੋ ਨਾ ਹੈ। ਦਸਵੇਂ ਪਾਤਸ਼ਾਹ ਨੇ ਆਪ ਲਿਖਿਆ ਆਪਣੀ ਕਲਮ ਦੇ ਨਾਲ, ਕਹਿਣ ਲੱਗੇ ਮੈਂ ਤੇ ਹੈ ਹੀ ਸ਼ਸਤਰ ਧਾਰੀ ਪਿਤਾ ਦਾ ਪੁੱਤਰ ਆ, ਕਿਸੇ ਬ੍ਰਾਹਮਣ ਦਾ ਨਹੀਂ ਵੀ ਜਿਹੜਾ ਜੰਗ ਦਾ ਨਾਂ ਸੁਣ ਕੇ ਡਰਾਂਗਾ, ਬਿਲਕੁਲ ਨਹੀਂ। ਜਦੋਂ ਵੀ ਮੁਕਾਬਲਾ ਹੋਵੇਗਾ ਆਮਣਾ ਸਾਹਮਣਾ ਹੀ ਕਰਾਂਗੇ। ਇੱਥੇ ਬਚਨ ਕਰਦੇ ਪਏ, ਕਹਿਣ ਲੱਗੇ ਮਾਤਾ ਜੀ ਛਤਰੀ ਦੇ ਪੁੱਤਰ ਦਾ ਤੇ ਧਰਮ ਹੀ ਜੰਗ ਕਰਨਾ ਹੁੰਦਾ ਹੈ। ਨਹਿ ਤਿਆਗੋਂ ਮੈਂ ਸ਼ੁਭ ਕਰਮਾ। ਔਰ ਉਹ ਇਹ ਕੰਮ ਵੀ ਬੜਾ ਚੰਗਾ ਹੈ, ਧਰਮ ਦਾ ਜੰਗ ਕਰਨਾ ਕੰਮ ਬਹੁਤ ਚੰਗਾ ਹੈ। ਤੇ ਇਹ ਕੰਮ ਅਸੀਂ ਛੱਡਾਂਗੇ ਨਹੀਂ, ਜ਼ਿੰਦਗੀ ਵਿੱਚ ਇਸ ਕੰਮ ਨੂੰ ਅਸੀਂ ਜ਼ਰੂਰ ਕਰਨਾ ਹੈ। ਜੇ ਸਿੱਖਨ ਕਰ ਹਥਿਆਰਾ। ਮੈਂ ਆਪਣੇ ਸਿੱਖਾਂ ਨੂੰ ਹਥਿਆਰ ਫੜਾਵਾਂਗਾ। ਅਸੀਂ ਆਪਣੇ ਸਿੱਖਾਂ ਨੂੰ ਸ਼ਸਤਰ ਫੜਾ ਕੇ ਇਹਨਾਂ ਨੂੰ ਸੂਰਮੇ ਬਣਾ ਦੇਣਾ ਹੈ। ਬਿਥਰਾਵੋਂ ਜੰਗ ਅਖਾਰਾ। ਇਹੋ ਜਿਹਾ ਜੰਗ ਅਸੀਂ ਰਚਾਂਗੇ, ਇਹੋ ਜਿਹਾ ਜੰਗ ਕਰਾਂਗੇ ਕਿ ਸਾਡੇ ਸਿੱਖ ਵੀ ਜੰਗ ਕਰਨਾ ਸਿੱਖ ਜਾਣਗੇ ਵੀ ਜੰਗ ਕਿਵੇਂ ਕਰੀਦਾ, ਮੋਰਚਾ ਕਿਵੇਂ ਬਣਾਈਦਾ, ਦੁਸ਼ਮਣ 'ਤੇ ਹਮਲਾ ਕਿਵੇਂ ਕਰੀਦਾ, ਦੁਸ਼ਮਣ ਨੂੰ ਡੰਡ ਕਿਵੇਂ ਦੇਈਦਾ। ਇਹ ਸਾਰੀਆਂ ਵਿਉਂਤਾਂ ਜਿਹੜੀਆਂ ਨੇ ਨਾ ਜੰਗ ਦੀਆਂ, ਤਜਰਬੇ ਅਸੀਂ ਆਪਣੇ ਖਾਲਸੇ ਨੂੰ ਸਾਰੇ ਦੇਵਾਂਗੇ। ਦੇਵਹੁ ਰੰਕਨ ਰਾਜੇ। ਜਿਹੜੇ ਰੰਕ ਨੇ ਨਾ ਗਰੀਬ ਕੰਗਾਲ, ਉਹਨਾਂ ਨੂੰ ਅਸੀਂ ਰਾਜੇ ਬਣਾ ਦਿਆਂਗੇ। ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਯਾਦ ਰਹੇ ਹਮਰੀ ਗੁਰਿਆਈ। ਬਚਨ ਮਹਾਰਾਜ ਜੀਆਂ ਦੇ ਇੱਥੇ ਬਚਨ ਆ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੁਸ਼ਟਾਂ ਦੇ ਨਾਲ ਇਹੋ ਜਿਹਾ ਜੰਗ ਕਰਾਂਗੇ, ਦੁਸ਼ਟਾਂ ਨੂੰ ਸਜ਼ਾ ਦੇ ਕੇ ਤੋਰਾਂਗੇ, ਤੇ ਜਿਹੜੇ ਕੰਗਾਲ ਗਰੀਬ ਨੇ ਨਾ ਉਹਨਾਂ ਨੂੰ ਰਾਜੇ ਬਣਾ ਦੇਣਾ ਹੈ। ਰਾਜੇ ਰੰਕ ਨਿਲਾਜੇ। ਤੇ ਜਿਹੜੇ ਰਾਜੇ ਬਣੇ ਹੋਏ ਨੇ ਉਹਨਾਂ ਨੂੰ ਰੰਕ ਕਰਕੇ, ਕੰਗਾਲ ਕਰਕੇ ਤੇ ਨਿਰਲੱਜ ਕਰਕੇ, ਬੇਇੱਜ਼ਤ ਕਰਕੇ ਉਹਨਾਂ ਨੂੰ ਸੰਸਾਰ ਵਿੱਚੋਂ ਤੋਰਨਾ ਕਰਾਂਗੇ। ਤਬ ਜਾਨੋ ਹੋ ਮੋਰ ਪ੍ਰਤਾਪ। ਉਦੋਂ ਇਹ ਤਬ ਜਾਨੋ, ਉਦੋਂ ਜਾਣਨਗੇ ਸਾਡਾ ਪ੍ਰਤਾਪ। ਅੱਜ ਤੇ ਪਹਾੜੀ ਰਾਜੇ ਕਹਿੰਦੇ ਵੀ ਕੌਣ ਗੁਰੂ ਗੋਬਿੰਦ ਸਿੰਘ, ਅਸੀਂ ਨਹੀਂ ਜਾਣਦੇ। ਮਹਾਰਾਜ ਕਹਿੰਦੇ ਉਦੋਂ ਜਾਣਨਗੇ ਜਦੋਂ ਭਿਖਾਰੀਆਂ ਨੂੰ ਅਸੀਂ ਰਾਜ ਭਾਗ ਤੇ ਬਿਠਾਵਾਂਗੇ ਤੇ ਰਾਜਿਆਂ ਨੂੰ ਭਿਖਾਰੀ ਬਣਾ ਦੇਵਾਂਗੇ। ਫਿਰ ਇਹ ਪ੍ਰਤਾਪ ਜਾਣਨਗੇ ਵੀ ਗੁਰੂ ਕੀ ਕਰ ਸਕਦਾ। ਕਿਸੇ ਰਾਜੇ ਨੇ ਪੁੱਛ ਲਿਆ ਨਾ ਕਿਸੇ ਸਾਧੂ ਨੂੰ ਵੀ ਪ੍ਰਮਾਤਮਾ ਕੀ ਕਰਦਾ, ਤੇ ਸਾਧੂ ਨੇ ਆਖਿਆ ਵੀ ਇਹ ਜਵਾਬ ਮੈਂ ਤੈਨੂੰ ਦੇ ਤੇ ਸਕਦਾ, ਪਰ ਤੈਨੂੰ ਯਕੀਨ ਕੋਈ ਨਹੀਂ ਹੋਣਾ। ਹੁਣ ਰਾਜਾ ਤਾਂ ਸਿੰਘਾਸਨ ਤੇ ਬੈਠਾ ਉੱਚੀ ਥਾਂ ਤੇ, ਥੱਲੇ ਮੰਤਰੀ ਤੇ ਸਾਰੀ ਕਚਹਿਰੀ ਲੱਗੀ ਹੋਈ, ਤੇ ਸਾਧੂ ਵਿਚਾਰਾ ਥੱਲੇ ਖਲੋਤਾ ਬਾਹਰਲੇ ਦਰਵਾਜ਼ੇ ਦੇ ਕੋਲ। ਉੱਤੋਂ ਉੱਚੀ ਆਵਾਜ਼ ਦੇ ਵਿੱਚ ਪੁੱਛਿਆ ਵੀ ਰੱਬ ਕੀ ਕਰ ਸਕਦਾ। ਤੇ ਸਾਧੂ ਨੇ ਥੱਲਿਓਂ ਆਵਾਜ਼ ਦਿੱਤੀ, ਕਹਿਣ ਲੱਗਾ ਵੀ ਇਸ ਗੱਲ ਦਾ ਜਵਾਬ ਲੈਣਾ ਤਾਂ ਉਤਰ ਕੇ ਥੱਲੇ ਆ। ਹੁਣ ਜਵਾਬ ਲੈਣ ਵਾਸਤੇ ਰਾਜਾ ਉੱਤੋਂ ਪੌੜੀਆਂ ਉਤਰਦਾ ਆਇਆ, ਥੱਲੇ ਆ ਗਿਆ। ਜਿੱਥੇ ਸਾਧੂ ਖਲੋਤਾ ਸੀ ਨਾ ਦਰਵਾਜ਼ੇ ਕੋਲ ਜਾ ਕੇ ਖੜ ਗਿਆ। ਕਹਿਣ ਲੱਗਾ ਮੇਰੇ ਸਵਾਲ ਦਾ ਜਵਾਬ ਦਿਓ। ਤੇ ਸਾਧੂ ਕਹਿਣ ਲੱਗਾ ਨਹੀਂ, ਹਾਲੇ ਇੱਕ ਕੰਮ ਤੂੰ ਕੀਤਾ ਇੱਕ ਰਹਿੰਦਾ। ਕਿਹੜਾ ਰਹਿੰਦਾ? ਕਹਿਣ ਲੱਗਾ ਹੁਣ ਮੈਂ ਇਸ ਦਰਵਾਜ਼ੇ ਤੋਂ ਤੁਰ ਕੇ ਤੇ ਉੱਥੇ ਜਾਵਾਂਗਾ ਜਿੱਥੇ ਤੇਰੀ ਕੁਰਸੀ ਹੈ, ਜਿੱਥੇ ਬੈਠ ਕੇ ਤੂੰ ਸਵਾਲ ਕੀਤਾ ਸੀ, ਫਿਰ ਮੈਂ ਜਵਾਬ ਦੇਵਾਂਗਾ। ਕਹਿਣ ਲੱਗਾ ਠੀਕ ਹੈ। ਸਾਧੂ ਤੁਰਿਆ, ਪੌੜੀਆਂ ਚੜ੍ਹਦਿਆਂ ਜਿਸ ਕੁਰਸੀ ਤੇ ਰਾਜਾ ਬੈਠਾ ਸੀ ਉਹਦੇ ਤੇ ਜਾ ਕੇ ਬੈਠ ਗਿਆ, ਪਰ ਜਵਾਬ ਕੋਈ ਨਹੀਂ ਦਿੱਤਾ। ਤੇ ਰਾਜੇ ਨੇ ਦਰਵਾਜ਼ੇ ਤੋਂ ਫਿਰ ਆਵਾਜ਼ ਦਿੱਤੀ, ਕਹਿਣ ਲੱਗਾ ਜੀ ਮੈਂ ਸਵਾਲ ਪੁੱਛਿਆ ਸੀ ਵੀ ਪ੍ਰਮਾਤਮਾ ਕੀ ਕਰ ਸਕਦਾ, ਤੁਸੀਂ ਜਵਾਬ ਕੋਈ ਨਹੀਂ ਦਿੱਤਾ।
ਤੇ ਸਾਧੂ ਕਹਿਣ ਲੱਗੇ ਜਵਾਬ ਦੇਣ ਦੀ ਕੀ ਲੋੜ ਹੈ, ਮੈਂ ਤੇ ਤੈਨੂੰ ਕਰਕੇ ਵਿਖਾ ਦਿੱਤਾ ਹੈ। ਰਾਜਾ ਕਹਿੰਦਾ ਕੀ ਕਰਕੇ ਵਿਖਾਇਆ? ਕਹਿਣ ਲੱਗਾ ਕਰਕੇ ਵਿਖਾਇਆ, ਤੇਰੇ ਵਰਗੇ ਰਾਜੇ ਨੂੰ ਪਰਮਾਤਮਾ ਦਰਵਾਜ਼ੇ ਤੇ ਖੜਾ ਕਰ ਸਕਦਾ ਮੰਗਣ ਵਾਸਤੇ, ਤੇ ਮੇਰੇ ਵਰਗੇ ਨੂੰ ਪਰਮਾਤਮਾ ਚੁੱਕ ਕੇ ਤਖਤ ਤੇ ਬਿਠਾ ਸਕਦਾ, ਇਹ ਉਹ ਕਰਦਾ ਹੈ। ਖਿਨ ਮੈਂ ਰਾਓ ਰੰਕ ਕਉ ਕਰਈ, ਰਾਓ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੇ, ਜੈ ਤਾ ਕੋ ਵਿਵਹਾਰੇ। ਇਹ ਗੁਰਬਾਣੀ ਦਾ ਬਚਨ ਹੈ। ਪਰਮਾਤਮਾ ਭਿਖਾਰੀ ਨੂੰ ਰਾਜਾ ਤੇ ਰਾਜੇ ਨੂੰ ਭਿਖਾਰੀ ਕਰਨ ਲੱਗਿਆ ਦੇਰੀ ਨਹੀਂ ਕਰਦਾ। ਇੱਥੇ ਮਹਾਰਾਜ ਕਹਿਣ ਲੱਗੇ, ਕਹਿੰਦੇ ਅੱਜ ਇਹ ਕਹਿੰਦੇ ਵੀ ਕੌਣ ਗੁਰੂ ਗੋਬਿੰਦ ਸਿੰਘ, ਅਸੀਂ ਨਹੀਂ ਜਾਣਦੇ। ਉਸ ਦਿਨ ਜਾਣਨਗੇ ਜਦੋਂ ਅਸੀਂ ਗਰੀਬਾਂ ਨੂੰ ਰਾਜ ਤੇ ਬਿਠਾਵਾਂਗੇ ਤੇ ਰਾਜਿਆਂ ਨੂੰ ਚੁੱਕ ਕੇ ਥੱਲੇ ਸੁੱਟਾਂਗੇ, ਉਦੋਂ ਸਾਡੇ ਪ੍ਰਤਾਪ ਨੂੰ ਜਾਣਨਾ ਕਰਨਗੇ। ਗਿਣਤ ਕਰੋ ਦਲ ਖਪ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਣਗਿਣਤ ਜਿਹੜੇ ਨੇ ਨਾ ਦੁਸ਼ਮਣ, ਉਹਨਾਂ ਨੂੰ ਅਸੀਂ ਨਾਸ਼ ਕਰ ਦੇਣਾ ਹੈ। ਬਾਕ ਮਾਤ ਤੁਬ ਮਨ। ਮਾਤਾ ਜੀ ਤੁਹਾਡਾ ਜਿਹੜਾ ਬਚਨ ਹੈ ਕਰ ਦੇਹੋ ਪ੍ਰਾਤ ਪ੍ਰਸਥਾਨ, ਇਹ ਵੀ ਨਹੀਂ ਮੋੜਿਆ ਜਾ ਸਕਦਾ। ਸਤਿਗੁਰੂ ਅੱਗੋਂ ਕੀ ਜਵਾਬ ਦਿੰਦੇ ਮਾਤਾ ਗੁਜਰੀ ਜੀਆਂ ਨੂੰ ਅਤੇ ਸਿੱਖਾਂ ਨੂੰ ਕੀ ਜਵਾਬ ਦੇਣਗੇ, ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਲੇਖਾ ਕਤੈ ਨ ਛੂਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ।